ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ, ਸਾਸ ਸਾਸ ਨਾਨਕ ਆਰਾਧੈ, ਆਠ ਪਹਿਰ ਗੁਣ ਗਾਵਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। सरनी आयो नाथ निदान, नाम प्रीत लागी मन पीतर, मांगन को हरदान। जगत पेखारी फिरत है, सबको दाता राम। कहो नानक मन सिमरते, पूरन होवे काम। पूरा प्रभ आराध्या, पूरा जाका नाओ, नानक पूरा पाया, पूरे के गुण गाओ। गुरपुरा जिन सिमरिया, सेई भये निहाल। नानक नाम अराधना, कारज आवे रास। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਸਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਿਨਾਮ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਜੇ ਤੂੰ ਮਿੱਤਰ ਸਾਡੜਾ ਇੱਕ ਭੋਰੀ ਨਾਹਿ ਵਿਛੋੜ ਜਿਉ ਮਹੰਜਾ ਤੋ ਮੋਇਆ ਕਲ ਪਸੀ ਜਾਨੀ ਤੋਹੀ ਜੇ ਕਰ ਗਏ ਪਿਆਰੜੀ ਤੁਧ ਨਾ ਛੋੜੋ ਮੂਲ ਤੁਧ ਛੋੜਨ ਸੇ ਦੁਰਜਨਾ ਪਰੋਂ ਦੋਜਕ ਕੇ ਸੂਲ ਜਾ ਤੂੰ ਬੱਤੇ ਅੰਗਣੀ ਹਰ ਤਰਤ ਸੁਹਾਵੀ ਹੋਏ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨਾ ਆਵਈ ਖਾਏ ਖਰਚ ਰਹੰਦਾ ਇਹ ਵੈਰੀ ਮਿਤ ਸਭ ਕੀਤਿਆਂ ਨਹੀਂ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਭੈ ਕਾਜ ਸਵਾਰੀਏ ਜਾਂ ਤੁਧ ਪਵੰਦਾ ਜਾਂ ਤੂੰ ਮਿੱਤਰ ਸਾਡੜਾ ਇੱਕ ਭੋਰੀ ਨਾਹੀਂ ਵਿਛੋੜ ਜਾਂ ਤੂੰ ਮਿੱਤਰ ਸਾਡੜਾ ਇੱਕ ਭੋਰੀ ਨਾਹੀਂ ਵਿਛੋੜ ਜੇ ਤੂੰ ਮਿੱਤਰ ਏ ਤੇ ਸਾਨੂੰ ਬਿਲਕੁਲ ਇੱਕ ਭੋਰੀ ਵੀ ਨਾ ਵਿਛੋੜੀ ਆਪਦੇ ਚਰਨਾਂ ਦੇ ਨਾਲ ਜੋੜ ਕੇ ਰੱਖੀ
ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬਣੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਤੇਰੇ ਚਰਨਾਂ ਦੀ ਮੌਜ ਲੱਭਣੀ ਰੋਜ਼ ਰੋਜ਼, ਤੇਰੇ ਚਰਨਾਂ ਦੀ ਮੌਜ ਨਹੀਂ 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 ਲੱਭਣੀ ਰੋਜ਼ ਰੋਜ਼, ਚਰਨਾਂ ਦੀ ਮੌਜ ਨਹੀਂ ਲੱਭਣੀ ਰੋਜ਼ ਰੋਜ਼। ਚਰਨਾਂ ਦੀ ਮੌਜ ਨਹੀਂ ਲੱਭਣੀ ਰੋਜ਼ ਰੋਜ਼ ਵੇ, ਚਰਨਾਂ ਦੀ ਮੌਜ ਨਹੀਂ ਲੱਭਣੀ ਰੋਜ਼ ਰੋਜ਼ ਵੇ। ਚਰਨਾਂ ਦੀ ਮੌਜ ਨਹੀਂ ਲੱਭਣੀ ਰੋਜ਼ ਰੋਜ਼, ਤੇਰੇ ਚਰਨਾਂ ਦੀ ਮੌਜ ਨਹੀਂ ਲੱਭਣੀ ਰੋਜ਼ ਰੋਜ਼, ਤੇਰੇ ਚਰਨਾਂ ਦੀ ਮੌਜ ਨਹੀਂ ਲੱਭਣੀ ਰੋਜ਼ ਰੋਜ਼ ਵੇ, ਚਰਨਾਂ ਦੀ ਮੌਜ ਨਹੀਂ ਲੱਭਣੀ ਰੋਜ਼ ਰੋਜ਼ ਵੇ। ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਜੇ ਤੂੰ ਮਿੱਤਰ ਸਾਡੜਾ, ਇੱਕ ਭੋਰੀ ਨਾਹੀਂ ਵਿਛੋੜ, ਇੱਕ ਭੋਰੀ ਵੀ ਨਾ ਵਿਛੋੜ। ਜੇ ਤੂੰ ਸਾਡਾ ਮਿੱਤਰ ਹੈ ਤੇ ਤੂੰ ਹੈ ਕਰਨ ਕਾਰਨ ਸਮਰੱਥ। सब कुछ आप ही करना है, तू कोई दूसरा नहीं करने वाला। तू करेगा वो ही होएगा। कारण भी आप बनाना है ते करना भी तू आप ही। तू करण कारण समर्थ है, करते मैं तुझ बिन अवर ना कोई। तू करण कारण समर्थ ही, मेरा तेरे तो बगैर होर कोई है नहीं।
होर कोई है नहीं गा तेरे तो बगैर। तुदे आपे शिष्ट सिरजिया आपे फुण खोई। साविको शब्द वरतदा जो करे सो होई। जो तू करदा है ओही हुंदा है। साविको शब्द वरतदा सब कीता तेरा वरतदा तू अंतरजामी। सब कुछ तेरा ही कीता होया वरतदा है। जे तू मित्र साडड़ा एक भोरी नाहे विछोड़। पढ़ो सारी। जे तू मित्रे असाडड़ा एक भोरी ना विछोड़। जे तू मित्र असाडड़ा एक भोरी ना विछोड़। जे तू मित्रे असाडड़ा एक भोरी ना विछोड़। जे तू मित्रे असाडड़ा एक भोरी ना विछोड़। भोरी ना विछोड़ एक भोरी ना विछोड़। एक भोरी ना विछोड़। एक भोरी ना विछोड़। एक भोरी ना विछोड़ एक भोरी ना विछोड़। एक भोरी ना विछोड़। एक भोरी ना विछोड़। तू मित्र असाडड़ा एक भोरी ना विछोड़। जे तू मित्र असाडड़ा एक भोरी ना विछोड़। जे तू मित्रे असाडड़ा एक भोरी ना विछोड़। जे तू मित्रे असाडड़ा एक भोरी ना विछोड़। भोरी ना विछोड़ एक भोरी ना विछोड़। एक भोरी ना विछोड़। एक भोरी ना विछोड़। एक भोरी ना विछोड़ भोरी ना विछोड़। एक भोरी ना विछोड़। एक भोरी ना विछोड़। तू मित्र असाडड़ा एक भोरी ना विछोड़। जे तू मित्र असाडड़ा एक भोरी ना विछोड़। जे तू मित्रे असाडड़ा एक भोरी ना विछोड़। जे तू मित्रे असाडड़ा एक भोरी ना विछोड़। जे तू मित्र असाडड़ा एक भोरी ना विछोड़। जे तू मित्र असाडड़ा एक भोरी ना विछोड़। जे तू मित्रे असाडड़ा एक भोरी ना विछोड़। जे तू मित्रे असाडड़ा एक भोरी ना विछोड़। भोरी ना विछोड़ एक भोरी ना विछोड़। भोरी ना विछोड़। एक भोरी ना विछोड़। भोरी ना विछोड़ भोरी ना विछोड़। एक भोरी ना विछोड़। एक भोरी ना विछोड़। तू मित्र असाडड़ा एक भोरी ना विछोड़।
ਮਿੱਤਰ ਸਾਡਾ ਇੱਕ ਭੋਲਿਆ ਵਿਛੋੜੈ ਜੇ ਤੂੰ ਮਿੱਤਰੇ ਸਾਡਾ ਇੱਕ ਭੋਲੀ ਨਾ ਵਿਛੋੜੈ ਜੇ ਤੂੰ ਮਿੱਤਰੇ ਸਾਡਾ ਇੱਕ ਭੋਲੀ ਨਾ ਵਿਛੋੜੈ ਭੋਲੀ ਨਾ ਵਿਛੋੜੈ ਇੱਕ ਭੋਲਿਆ ਵਿਛੋੜੈ ਭੋਲੀ ਨਾ ਵਿਛੋੜੈ ਇੱਕ ਭੋਲੀ ਨਾ ਵਿਛੋੜੈ ਭੋਲੀ ਨਾ ਵਿਛੋੜੈ ਇੱਕ ਭੋਲਿਆ ਵਿਛੋੜੈ ਭੋਲੀ ਨਾ ਵਿਛੋੜੈ ਇੱਕ ਭੋਲੀ ਨਾ ਵਿਛੋੜੈ ਜੇ ਤੂੰ ਮਿੱਤਰ ਸਾਡਾ ਇੱਕ ਭੋਲਿਆ ਵਿਛੋੜੈ ਜੇ ਤੂੰ ਮਿੱਤਰ ਸਾਡਾ ਇੱਕ ਭੋਲਿਆ ਵਿਛੋੜੈ ਜੇ ਤੂੰ ਮਿੱਤਰੇ ਸਾਡਾ ਇੱਕ ਭੋਲੀ ਨਾ ਵਿਛੋੜੈ ਜੇ ਤੂੰ ਮਿੱਤਰੇ ਸਾਡਾ ਇੱਕ ਭੋਲੀ ਨਾ ਵਿਛੋੜੈ ਗੁਰੂ ਰਾਮਦਾਸ ਦੇ ਦਰਬਾਰ ਦੀ ਸੇਵਾ ਚੱਲਦੀ। ਜਦੋਂ ਸੇਵਾ ਖੁੱਲ੍ਹਦੀ ਏ ਗੁਰੂ ਘਰ ਦੀ, ਸਾਡੇ ਭਾਗ ਵੀ ਉਦੋਂ ਖੁੱਲ੍ਹਦੇ ਆ। ਉਹ ਰੱਬ ਦਿਆਲ ਹੋ ਕੇ ਦਿੰਦਾ ਹੈ। ਕਹਿੰਦੇ ਨੇ ਇੱਥੇ ਕੋਈ ਲੋੜ ਨਹੀਂ ਬੜੇ ਬੜੇ ਮੰਦਰਾਂ ਦੀ, ਬੜੇ ਬੜੇ ਸਰੋਵਰਾਂ ਦੀ। ਇਹ ਜਿਹੜਾ ਉਦਮ ਕੀਤਾ ਗਿਆ ਹੈ ਸਰੋਵਰ ਬਣਾਉਣ ਦਾ, ਇਹ ਦੁਨੀਆ ਦੇ ਪੁੰਨ ਬਣਾਉਣ ਦਾ ਉਦਮ ਕੀਤਾ ਗਿਆ। ਜੇ ਕੋਈ ਪਾਠ ਭਗਤੀ ਚਲਾਉਣ ਦਾ ਉਦਮ ਕੀਤਾ ਗਿਆ ਹੈ ਤੇ ਦੁਨੀਆ ਦੇ ਪੁੰਨ ਬਣਾਉਣ ਦਾ ਕੀਤਾ ਗਿਆ। ਇਹ ਸਥਾਨ ਮੰਦਰਾਂ ਵਾਲਾ ਨਾਨਕਸਰ ਠਾਠ ਬਣਿਆ। ਇੰਨੀਆਂ ਨਹਾਉਣ ਵਾਲੀਆਂ ਜਗ੍ਹਾ ਨਹੀਂ ਸੀ, ਇੰਨੇ ਪ੍ਰਬੰਧ ਨਹੀਂ ਸੀ, ਤੇ ਮਾਘ ਦੇ ਮਹੀਨੇ 'ਚ 500 ਅਖੰਡ ਪਾਠ, 5 ਕੋਤਰੀਆਂ ਦੇ ਭੋਗ ਪੈ ਜਾਂਦੇ ਸੀ। ਜਪਜੀ ਦੇ, ਸੁਖਮਨੀ ਦੇ। ਅੱਗੇ ਹੋ ਜਾਓ ਭਾਈ। ਆ ਸਾਹਮਣੇ ਆ ਜਾਓ ਇੱਧਰ ਸਾਰੇ। ਆ ਗਮਲੇ ਚੱਕ ਦਿਓ। ਐਡੇ ਵੱਡੇ ਚਬੂਤਰੇ ਜੇ ਕਾਹਦੇ ਰੱਖੇ ਨੇ, ਇਹ ਚੱਕ ਦਿਓ ਪਾਸੇ। ਛੋਟੇ ਰੱਖੀ ਦੇ ਗਮਲੇ, ਉਹ ਵੀ ਚੱਕ ਦਿਓ ਸਾਰੇ। ਇਹ ਲੰਬੇ ਲੰਬੇ ਜਿਹੇ ਨਾ ਰੱਖਿਆ ਕਰੋ, ਛੋਟੇ ਰੱਖਿਆ ਕਰੋ ਗਮਲੇ। ਕਹਿੰਦੇ ਪਾਠ ਪਵੇ ਸੁਣਨਾ ਜਿਹੜਾ ਕੰਨਾਂ ਨੂੰ ਵੱਢ ਵੱਢ ਖਾਵੇ। ਇਹ ਗਮਲੇ ਤਾਂ ਰੁਕਾਵਟਾਂ ਹੁੰਦੀਆਂ ਨੇ, ਵੱਡੇ 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 ਨਾ ਰੱਖਿਆ ਕਰੋ। ਤੁਸੀਂ ਕਿਹੜਾ ਇੱਥੇ ਨਚਾਉਣਾ, ਡਾਂਸ ਕਰਨੇ, ਭਗਤੀ ਕਰਨੀ। ਇੱਧਰ ਵੀ ਆ ਜਾ, ਗੁਰੂ ਕਾ ਪਿਆਰਿਆ ਤੂੰ ਵੀ ਸਾਹਮਣੇ। ਮਾਘ ਦਾ ਮਹੀਨਾ ਸੀ, ਬੜੇ ਪਾਠ ਹੋਏ ਇੱਥੇ। ਬੀਬੀਆਂ ਨੂੰ ਜਗ੍ਹਾ ਨਹੀਂ ਹੁੰਦੀ ਸੀ ਰਹਿਣ ਨੂੰ, ਤੇ ਭਾਈਆਂ ਦੇ ਕੋਲ ਵੀ ਤੇ ਪਾਠ ਰੱਖਣ ਨੂੰ ਥਾਂ ਨਹੀਂ ਹੁੰਦਾ ਸੀ ਇੰਨਾ। ਬੜੇ ਜਪ ਤਪ ਤੇ ਪਾਠ ਕੀਤੇ, ਪਾਠਾਂ ਦੀ ਆਵਾਜ਼ ਦਰਗਾਹ 'ਚ ਪਹੁੰਚ ਗਈ। ਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਪਣੇ ਆਪ ਆਏ ਇੱਥੇ। ਇੱਥੇ ਸੰਤ ਭਜਨ ਸਿੰਘ ਜੀ ਨੇ ਖੜ ਕੇ
बड़े दरगाही बचन कीते। बाबा जी अंदर चौर करते सी। बाबा जी आन के नज़र पा के सारे इलाके दे दुख कलेश बीमारियां कट गए, क्योंकि जप तप कीते गुरु नू, पाठ पूजा गुरु नू मंजूर हो गई। जे एक कोतरी होंदी सी ना माघ दे महीने च अखंड पाठां दी, ये हुंदा सी भी पाठ कोई होए नहीं। 70 क्यों भी विचित्र किन्ने किन्ने पाठ कट्ठे रखे होंदे सी सुखमनी जपजी दे। 100-150 जेड़े मुंडे ने एक टाइम बैठते सी भी हुण झंडे बग्गे वालियां दी वारी है, हुण बघेले वालियां दी, हुण दौले वालीए, कादर वाले, सारे पिंड बहुत सेवा करते सी। मंदिर का तो ना ही बथेरा है, मंदिर वाले सेवा सुबह तो घट ही सी इत्थे, उन्हों का ना ही बड़ा है। तो आप फतेहगढ़ पंजतूर तो भी 5-7 घड़ूके भर के आते सी माघ के महीने च। हुण ये सारे बाबे बन गए आ। अगे भरे घड़ूके आते सी, हुण खाली घड़ूके खड़कते हैं। उदों गड्डियां भी नहीं सी, कारां भी नहीं सी, बसां भी नहीं सी। ये बलदेव होनी सी, ये सारे एक दो बारी तो इन्हों का घड़ूका पुट्ठा भी हो गया। एक बारी इधर जा वड़िया सी। अब जितर उन्होंने बीबी सी, पता नहीं कल परसों मिले, कहती बाबा जी मैं तुहाडे नाल झोना लाउंदी रही हाँ। कहते जो झोना लाउणा तो संगत नूं मैं क्या भी आप आओ फिर ला दिए झोना सारी, जिन्नी संगत माई भाई सारी लागे। 4-5 किले जेड़े झोने दे ला दे। उदों एक बारी भी 60-70 पाठां दे भोग पैण, कोतरी दे 15 कोतरियां कहंदे हो गईयां समझो महीने च। 11-11, 1200 पाठ हो जाता सी। हुण बाबा नानक जी माघ दे महीने की गिनती दस्सिओ किन्ने पाठ होए इत्थे। नहीं नहीं वो नहीं, लगातार जो पाठ चलते 24 घंटे। वेख लो किते एक दिन च 100 ते किते 100 दिन च भी एक नहीं। ये हुण देख लो तुहाडे तां भाग खुल गए, तुसीं रौला लाउंदे रहे, पाठ करते रहे, तो जवाकां दे भाग तुसीं बंद कर छड्डे। सारे माघ दे महीने च रौला लाउण, इत्थे पाठ करन, इन्हां बघेले वालियां ते आ गए सी चढ़ के खाड़। ते असीं पहलों पाठ रखाए सुखमनी दा। तो बाबा जी कहते सी, बाबा नंद सिंह जी महाराज कहते सी सुखमनी साडा पहरेदार है। जे किते विचों बंद हो गया समझो पहरा चक्या गया, तो वारदात करने वाले नूं मौका मिल गया। फिर इनू बंद नहीं होण देना। सुखमनी साहब 24 घंटे चले।
ਕਈਆਂ ਥਾਵਾਂ 'ਤੇ ਅਸੀਂ ਕਈਆਂ ਗੁਰਮੁਖਾਂ ਨੂੰ ਕਿਹਾ ਭਾਈ ਸੁਖਮਨੀ ਸਾਹਿਬ ਨਾ ਬੰਦ ਕਰਿਓ। ਉਹਨਾਂ ਨੇ ਕਰਤਾ ਤੇ ਭਾਂਡੇ ਵੇਖ ਗਏ, ਭਾਂਡੇ ਖੜਕ ਗਏ, ਪਾਠ ਤੇ ਪਹਿਰਾ ਨਾ ਦਿੱਤਾ। ਹੁਣ ਤੁਸੀਂ ਦੇਖੋ ਵੀ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਏ, ਦਿਆਲ ਹੋ ਕੇ ਆਏ ਤੇ ਸਾਰਾ ਜਪ ਤਪ ਸੁਣ ਕੇ ਪ੍ਰਸੰਨ ਹੋਏ, ਸੰਗਤਾਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਕੇ। ਤੇ ਹੁਣ ਤੁਹਾਡੇ ਮੰਦਿਰਾਂ ਦਾ ਇਹ ਹਾਲ ਹੈ। ਬਾਬਾ ਜੀ ਆਉਂਦੇ ਸੀ ਤੇ ਪ੍ਰਸੰਨ ਹੋ ਕੇ ਜਾਂਦੇ ਸੀ, ਅਸੀਂ ਮੰਦਿਰ ਆਉਣੇ ਤੇ ਰੋ ਕੇ ਜਾਂਦੇ। ਇਹ ਹਾਲ ਹੈ ਤੁਹਾਡਾ। ਕੋਈ ਪਾਠ ਜਪ ਤਪ ਸਿਮਰਨ ਹੈ ਨਹੀਂ ਸੰਗਤਾਂ ਦਾ। ਜੇ ਕਰੋ ਤੇ ਤੁਹਾਨੂੰ ਕਮੀ ਕਾਹਦੀ ਰਵੇ? ਕਮੀ ਕਿਸ ਚੀਜ਼ ਦੀ ਰਵੇ? ਇਹ ਕਮੀਆਂ ਦੂਜੇ ਕੰਮਾਂ ਨੇ ਪੂਰੀਆਂ ਕਰਨੀਆਂ। ਨਾਮ ਜਪਣ ਦੀ ਬੰਦਗੀ ਦੀ ਖੁਸ਼ੀ ਹੈ ਸਾਰੀ। ਘਰ ਘਰ ਉਹੀ ਇਹ ਅਸੀਂ ਆਪ ਦਾ ਕੀਤਾ ਹੋਇਆ ਹੀ ਪ੍ਰਾਪਤ ਕਰਨਾ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ। ਅੰਧ ਤੱਕ ਛਾਥਨ ਆਵੇ। पढ़े पूरब देवना जिस दिवस तिसै कर आवे। ਲੈਣਿਆ ਮੈਂ ਤੇਰਾ ਦੇਣਾ ਹੈ ਤੇ ਤੂੰ ਲੈਣਾ ਹੈ ਕਿ ਅਸੀਂ ਸੁੱਖ ਪਾਲਾਂਗੇ। ਬਿਨਾਂ ਸੇਵਾ ਤੋਂ, ਬਿਨਾਂ ਮਨ ਮਾਰੇ ਤੋਂ, ਨਾਮ ਜਪੇ ਤੋਂ ਕਾਰੋਬਾਰਾਂ 'ਚੋਂ ਲੱਭ ਲਾਂਗੇ ਕੁਝ? ਧੀਆਂ ਪੁੱਤਾਂ ਦਾ ਸੁੱਖ ਲੈ ਸਕਦੇ ਆ? ਇਹੀ ਪਰਮੇਸ਼ਰ ਨੇ ਜਿਹੜੇ ਸੁੱਖ ਦਿੱਤੇ ਆ ਨਾ, ਇਹੀ ਦੁੱਖ ਬਣਨੇ ਆ। ਕਾਰੋਬਾਰ ਬੋਝ ਬਣ ਜਾਣਗੇ, ਧੀਆਂ ਪੁੱਤਰ ਕਲੇਸ਼ ਬਣ ਜੇ। ਸਰੀਰ ਸੁੱਖ ਵਾਸਤੇ ਦਿੱਤਾ, ਸਰੀਰ ਦੁੱਖਦਾਈ ਹੋ ਜਾਏਗਾ। ਕਿਉਂ? ਬਿਨਾਂ ਭਗਤੀ, ਬਿਨਾਂ ਨਾਮ ਤੋਂ ਜਿਹੜੇ ਸੁੱਖ ਦੇਣ ਪਰਮੇਸ਼ਰ ਨੇ ਕਿਹਾ ਤੈਨੂੰ ਦਿੱਤੇ, ਸਾਰੇ ਸੁੱਖ ਦਿੱਤੇ। ਪਰ ਚੇਤੇ ਰੱਖੀ, ਜੇ ਤੂੰ ਆਪਣਾ ਧਰਮ ਛੱਡੇਗਾ, ਸੇਵਾ ਸਿਮਰਨ ਭਗਤੀ ਛੱਡੇਗਾ, ਇਹ ਸੁੱਖ ਤਾਂ ਮੈਂ ਤੈਨੂੰ ਦਿੱਤੇ ਆ, ਪਰ ਇਹ ਤੇਰੇ ਲਈ ਦੁੱਖ ਬਣ ਜਾਣਗੇ। ਕਾਰੋਬਾਰ ਤੇਰੇ ਲਈ ਦੁੱਖ ਬਣ ਜਾਣਗੇ, ਧੀਆਂ ਪੁੱਤਰ ਤੇਰੇ ਲਈ ਦੁੱਖ ਬਣ ਜਾਣਗੇ, ਤੇਰਾ ਸਰੀਰ ਤੇਰੇ ਲਈ ਬੋਝ ਬਣ ਜਾਏਗਾ। ਇਹਨਾਂ ਤੋਂ ਸੁੱਖ ਲੈਣਾ ਹੀ ਤੇ ਨਾਮ ਜਪੀ, ਸੰਗਤ ਕਰੀ।
ਦਿੱਚੇ ਪੂਰਬ ਦੇਵਨਾ, ਗੁਰੂ ਸਾਹਿਬ ਨੇ ਲੈਣੇ ਨੇ ਲੈਣਾ ਸੀ, ਗੁਰੂ ਨਾਨਕ ਨੇ ਦੇਣਾ ਸੀ। ਜੇ ਤੁਹਾਡਾ ਲੈਣਾ ਹੋਇਆ ਨਾ ਤੇ ਜ਼ਰੂਰ ਮਿਲੇਗਾ। ਸੰਗਤਾਂ ਨੇ ਪੂਰੇ ਮਾਘ ਦੇ ਮਹੀਨੇ ਦੇ ਪਾਠ ਕੀਤੇ ਤੇ ਸੰਗਤਾਂ ਨੇ ਕੀਤਾ ਸੀ, ਲੈਣਾ ਸੀ, ਤੇ ਬਾਬਾ ਕੁੰਦਨ ਸਿੰਘ ਜੀ ਨੇ ਆ ਕੇ ਦੇਣਾ ਸੀ। ਉਹਨਾਂ ਝੋਲੀਆਂ ਭਰਨੀਆਂ ਸੀ। ਜੇ ਅਸੀਂ ਕੀਤਾ ਹੀ ਨਹੀਂ ਕੋਈ, ਇਹਨੂੰ ਤੁਹਾਨੂੰ ਮਾਘ ਤੋਂ ਰੌਲਾ ਪਾ ਰਹੇ ਹਾਂ ਵੀ ਚਲੋ ਹੁਣ ਹੀ ਮਾਂ ਸੰਪੜ ਪਾਠ ਰੱਖ ਲਵੋ, ਉੱਥੇ ਵਿੱਚੋਂ ਸਾਹਿਬ ਰੱਖ ਲਵੋ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜਿਹੜਾ ਵੀ ਆਏ ਕਹੇ ਮਾਂ ਸੰਪੜ ਪਾਠ ਭੋਗ ਪੈ ਕੇ ਹਟੇ ਸੀ। ਸਾਰਿਆਂ ਨੂੰ ਕਹਿਣ ਪਾਠ ਰਖਾਓ, ਕਹਿੰਦੇ ਹੁਣੇ ਤਾਂ ਭੋਗ ਪੈ ਕੇ ਹਟੇ ਨੇ, ਫਿਰ ਕਹਿੰਦੇ ਪਾਠ ਰਖਾਓ। ਜਿਹਨੂੰ ਕੌਣ ਕਹਿਣ ਉਹ ਬਸ ਅਣਸੁਣਿਆ ਕਰਦੇ। ਕੋਈ ਮਾਂ ਸੰਪੜ ਪਾਠ ਰੱਖਣੇ ਸੌਖੇ ਥੋੜ੍ਹਾ ਸੀ, ਪਾਠੀ ਆਉਂਦੇ ਹੀ ਨਹੀਂ ਹੱਥ। ਭੇਟਾਂ ਨਾਲ ਤਾਂ ਹੁੰਦੇ ਹੀ ਨਹੀਂ ਸੀ, ਬਿਨਾਂ ਭੇਟਾਂ ਤੋਂ ਹੁੰਦੇ ਸੀ। ਬਾਬਾ ਜੀ ਦੇ ਅਖੀਰੀ ਅਸੀਂ ਬਲਦੇਵ ਸਿੰਘ ਨੂੰ ਵੀ ਕਿਹਾ, ਮੈਨੂੰ ਵੀ ਕਿਹਾ। ਮੈਂ ਫਿਰ ਬਲਦੇਵ ਸਿੰਘ ਨੂੰ ਰੋਕ ਲਿਆ। ਮੈਂ ਕਿਹਾ ਬਾਬਾ ਜੀ ਕਹਿੰਦੇ ਪਏ ਨੇ, ਇਹਦਾ ਖਿਆਲ ਕਰੋ, ਕੋਈ ਵੱਡੀ ਗੱਲ ਵਾਪਰਨ ਵਾਲੀ, ਬਾਅਦ 'ਚ ਔਖੇ ਹੋਵਾਂਗੇ, ਜਿਵੇਂ ਵੀ ਹੋ ਸਕਦਾ ਕਰੀਏ। ਜਿੱਥੋਂ ਵੀ ਮਿਲਦੇ ਪਾਠੀ ਲਿਆਈਏ, ਜੋ ਵੀ ਉਹ ਤਿਆਰ ਹੋ ਗਏ। ਬਲਦੇਵ ਸੁਣੀ, ਫਿਰ ਸਾਰਿਆਂ ਨੂੰ ਤਿਆਰ ਕੀਤਾ ਪਾਠ ਰੱਖਣ ਵਾਸਤੇ। ਤੇ ਬਹੁਤ ਵੱਡਾ ਉਸ ਸਮੇਂ ਭੁਚਾਲ ਜਿਹੜਾ ਇਸ ਧਰਤੀ 'ਤੇ ਆਉਣਾ ਸੀ, ਵਿਗਿਆਨੀਆਂ ਦਾ ਵੀ ਕਹਿਣਾ ਸੀ, ਉਹਨੇ ਭੁੱਜ ਵਾਲੇ ਪਾਸੇ ਇੱਧਰ ਪੂਰੇ ਦੇ ਪੂਰੇ ਸ਼ਹਿਰ ਗਰਕ ਕਰਤੇ, ਸਮੁੰਦਰ ਦੇ ਕਿਨਾਰੇ 'ਤੇ ਪਹੁੰਚਾ ਦਿੱਤਾ। ਬਾਬਾ ਹਰਨਾਮ ਸਿੰਘ ਜੀ ਮਹਾਰਾਜ ਫੱਟੇ 'ਤੇ ਚੜ੍ਹ ਕੇ ਜ਼ੋਰ ਲਾਉਣ ਲੱਗ ਪਏ। ਇੱਕ ਮੂੰਗਲੀ ਫੜਾਤੀ ਸੇਵਕਾਂ ਨੂੰ ਕਿ ਮਾਰੀ ਜਾਓ ਜ਼ਮੀਨ 'ਤੇ, ਮਾਰੀ ਜਾਓ। ਹਾਂ, ਆਪ ਬਾਬਾ ਜੀ ਕਹਿੰਦੇ ਅਸੀਂ ਗਿਣਤੀ ਕਰਾਂਗੇ। ਇੱਕ ਸੇਵਕ ਨੂੰ ਲਾਇਆ, ਕਮਾਈ ਵਾਲੇ ਸੀ। ਬਾਬਾ ਜੀ ਕਹਿੰਦੇ 1 2 3 4 ਮਾਰੀ ਜਾਣ। ਬਾਬਾ ਜੀ ਗਿਣਤੀ ਕਰਕੇ ਹੱਲਾ ਸ਼ੇਰੀ ਦੇਣ। ਫਿਰ ਦੂਜੇ ਵੀ ਸੇਵਕ ਨੂੰ ਲਾਤਾ, ਹਾਂ ਤਗੜੇ ਹੋਵੋ। ਅਖੀਰੀ ਦੋਨੋਂ ਸੇਵਕ ਤੇ ਮੂੰਗਲੀ ਇੰਨੀ ਭਾਰੀ ਹੋ ਗਈ ਕਿ ਚੱਕੀ ਨਾ ਜਾਏ ਤੇ ਇਹ ਪਾਸੇ ਨੂੰ ਡਿੱਗ ਪਏ। ਕਹਿੰਦੇ ਬਾਬਾ ਜੀ ਦੋਨੋਂ ਸੇਵਕ ਵੀ ਡਿੱਗ ਪਏ ਤੇ ਮੂੰਗਲੀ ਵੀ ਡਿੱਗ ਪਈ। ਬਾਬਾ ਜੀ ਕਹਿੰਦੇ ਕਿਹੜੇ ਪਾਸੇ ਡਿੱਗੀ? ਕਹਿੰਦੇ ਜੀ ਲਹਿੰਦੇ ਪਾਸੇ। ਕਹਿੰਦੇ ਭੁਚਾਲ ਆਉਣਾ ਸੀ, ਦੁਨੀਆ ਦੀ ਤਬਾਹੀ ਹੋਣੀ ਸੀ, ਅਸੀਂ ਉਹਨੂੰ ਧੱਕਾ ਲਾ ਕੇ ਉਹਨੂੰ ਸਮੁੰਦਰ ਦੇ ਕਿਨਾਰੇ ਪਹੁੰਚਾਤਾ ਏ। ਸਾਡੇ ਹੁੰਦਿਆਂ ਕੱਖ ਨਹੀਂ ਹੋਏਗਾ, ਸਾਡੇ ਹੁੰਦਿਆਂ ਦੁਨੀਆ ਤਬਾਹ ਹੋ ਜੇ। ਮਹਾਂਪੁਰਸ਼ ਕਹਿੰਦੇ ਇਹ ਨਹੀਂ ਹੋ ਸਕਦਾ, ਪਰ ਅਸੀਂ ਦਰਗਾਹ ਤੋਂ ਜਾਵਾਂਗੇ, ਦੁਨੀਆ ਤੋਂ ਜਾਵਾਂਗੇ ਦਰਗਾਹ ਨੂੰ, ਤੇ ਸਾਡੇ ਤੋਂ ਬਾਅਦ ਇੱਕ ਸ਼ਹਿਰ ਗਰਕ ਹੋਵੇਗਾ ਲਹਿੰਦੇ ਪਾਸੇ। ਲਹਿੰਦੇ ਪਾਸੇ ਹੁਣ ਦੁਨੀਆ ਗਰਕ ਨਹੀਂ ਹੋਏਗੀ, ਇਕੱਲਾ ਇੱਕ ਸ਼ਹਿਰ ਹੀ ਗਰਕ ਹੋਏਗਾ। ਬਾਬਿਆਂ ਦੇ ਤਾਂ ਰੋਜ਼ ਦੀ ਕੰਮ ਨਹੀਂ, ਪਾਠ ਰਖਾ ਲਓ, ਆਹ ਕਰ ਲਓ।
रोज़ रोज़ कित्थों लियाइए बंदे। भाई खाना साडा रोज़ का काम है, कारोबार ते जाना साडा रोज़ का काम है, ते नाम जपना नहीं साडा रोज़ का काम। दुनिया च धक्के खाने गप्पा मारनिया रोज़ का काम है, नाम जपना नहीं रोज़ का काम। जे करोगे तो उही मिलना है। आ कहते गुरु रामदास की बड़ी बरकत वधी, बड़ियां कमाइयां वधियां। आज देख लो गुरु रामदास कित्थे पहुंचे। पढ़ो जी। बैठा सोडी पातशाहो, रामदास सतगुरु कहावे। सोडी पातशाह जी बैठे ने, गुरु रामदास कहा रहे ने अपने आप नू। हाँ जी। पूर्ण ताल खटाया, अमृतसर विच जोत जगावे। पूर्ण ताल खटाया है, तमाशा नहीं गा। पूर्ण आज सारी दुनिया चुकदी। अमृतसर विच गुरु रामदास ने जोत जगाई। आखो जोत जगाई, जोत अमृतसर च। असीं तां जोतां बुझाउण वाले हाँ, जगाउण वाले थोड़ा असीं। साडियां हुलिये साडे होर बन। गुरु रामदास की सेवा सारे गुरमुख करते सी, बड़ी सेवा करना। सब नूं रंग भाग लग गए। गुरु अर्जन देव जी महाराज गुरगद्दी ते आए, देखते रहे, क्योंकि उत्थे जन्म होया सी गोविंदवाल। महाराज नूं सारी सोझी सी गुरु अर्जन साहब जी। सारी सोझी सी, उन्हें सब देखिया सी कि किवें सिखां ने सेवा की। पर एक सिख नूं देखदे ने कि सिख अजे तक गरीब ही। जदों दा असीं इहनूं वेखदे हां गुरु रामदास तो लैके ये सिख उवें दा उवें ही, बस उन्नी कोई भेटा रखण वाला, उही इहदे कपड़े ने। ते आण के सेवा कर जांदा है, महीने च एक दो वारी किते दर्शन कर जांदा है। दूरों चल के संगतां आउंदियां सी। कसूर दे रहण वाला है, पर सिख गरीब ही। गुरु अर्जन साहब महाराज गुरगद्दी पर विराजमान होए। इन्हां वेख्या भी गुरु रामदास तो लैके सेवा करदा आ रहा है। महीने बाद कदी इन्हें नागा नहीं पाया, पर इनकी शक्ल उवें ही, गरीबी उवें ही, वो नहीं कोई भेटा दे सकता है। महाराज गुरु अर्जन साहब जी कहन लगे, सिखा तेरा घर कित्थे आ? कहंदे जी कसूर विच। कसूर दे रहण वाला। चल के आना जी महाराज तुहाडे चरनां च, हर महीने चल के दर्शन करन आना इत्थे गुरु रामदास वेले तो। ते तू गरीब ही? हाँ महाराज मैं उदों दा गरीब ही हाँ। तेनू कोई नहीं मिलिया? महाराज तुहाडे दर्शन मिल जाते हैं। मजदूरी करके बच्चियां नूं पालदा, तुहाडे दर्शन कर जाना, बस यही बथेरा है। साध संगत के दर्शन कर जाना, जिन्नी सेवा आउंदी कर जाना। पिछे न्याणे संभालने होंदे ने, फिर मैं इस करके चला जाना।
करके ही बच्चियां नूं खवाउणा है नहीं कुछ भी। गरीब दा गरीब ही आ। महाराज गुरु अर्जन साहब कहते सेवा करन वाला, गुरु घर हाजरियां भरन वाला सिख गरीब नहीं रहिंदा। नीचों ऊच करे मेरा गोबिंद, काहू ते ना डरे। तू सिखा तेरी सेवा इन्नी होंदी नहीं। तू सिर्फ दर्शन मेले करना, एक अद्धा दिन सेवा करना ही चला जाना है। कोई सेवा कर इत्थे रह के तेरी गरीबी कट्टी जावे। कहंदा नहीं महाराज मैं रह नहीं सकता, बड़ा परिवार ते बच्चियां दा बोझ है, करन वाला मैं कल्ला ही हाँ। करना ते बच्चे खांदे आ। सतगुरु कहंदे गुरु अर्जन साहब महाराज, काहे रे मन चित वह उदम सिखा, या आहर हर जीव परिया। सैल पत्थर में जंतो पाए, तांका रीझ कागे कर तरिया। पत्थरां विच जंत पैदा कीते, उन्हां अगे लिया के रब रिजिक धरदा है। तू बच्चियां दा ही बोझ पाई बैठा है। तेनू असीं कहने आ इत्थे महीना रह के 2 महीने रह के सत्संग कर ला, सेवा कर ला, तेरी झोलियां भरियां जान। जेड़े सेवा करदे आ ना, मेरे माधो जी सत संगत मिले सो तरिया। टेके मन टका के महीना लाओ तसी। अगोला उथों फिरोजपुर तो आपदे भतीजे दे मुंडे नूं लैके आया बाबा जी। बड़ी देर दियां इन्हां दी फैड़ा लाइयां ते इन्हां दा नां ही नहीं आ रहा। ते बड़ा समा लंघ गया। तो मैं क्या बाबा जी के इस स्थान ते रवो, सेवा करो। तो इन्हां मुंडिया दोवां नूं छड़ जा इत्थे। जदों इन्हां दे इन्हां नूं आवाज़ पैगी, इन्हां दे नाम निकलणगे तो फिर लै जी भाई, फिर चले जान। शाम नूं आ गए, कहंदे जी एक मुंडे दा मैसेज आ गया जिन्हों 6 महीने नहीं आया। अज आ गया सुनेहा, इहदी तां लाटरी खुल गई, हुण दूजे दा रह गया। मैं कहा तू भगती नूं तुरिया सी ते अद्धा राज मिलण लग पिया सी। कहंदा जे कर लांगे तो पूरा ही मिल जाएगा। मेरे माधो जी सत्संगत मिले सो तरिया। गुरु साहब कहंदे इन्ने तू सोच रहा मैं करा, बच्चियां नूं कमावां खावां, दख अज तक कोई कर सकिया? कहंदा जी मैं कोठा भी नहीं पा सकिया, झुग्गी च रहीना, सिर्फ खाण दा ही। कहंदे सिखा तेरे मैल पै जाणगे, तू साडे कहण ते कुछ महीने सत संगत कर ला, रह पो इत्थे नाम जप संगत च रह के। पत्थरां विच जीव जंतु ने, उन्हां नूं रब रिजक दिंदा है, तेनू नहीं देगा। सिख नहीं मनदा गुरु साहब दे कहने नूं भी कोई दिन तक कर ला सत्संग, तू आना है एक अद्धा दिन ला के चला जाना है, जिन्नी कोई सेवा थोड़ी बहुती कर जाना है। इत्थे तां गुरु की कृपा नाल पदवी की परम पदवियां मिल जांदियां ने। सिखा सुक्कियां लकड़ां हरियां हो जांदियां। तू रह तां सी साडे कोल। गुरु रामदास वेले तो असीं तैनूं वेख रहे, तू गरीब दा गरीब ही है। कोई बीजे ते वड्डे, कोई रवे सत्संग करे दान करे ते तेन कोई मिले, नहीं तो इवें तुरया आ रहा, इवें तुरया जाएगा।
ਸਤਨਾਮ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਨਾਮ ਸਤਨਾਮ ਸਤਨਾਮ ਜੀ। ਵਾਹਿਗੁਰੂ 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 ਜੀ। ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ। ਕਹਿੰਦੇ ਰੱਬ ਉਲਟੇ ਕੰਮ ਕਰਦਾ। ਜਿੰਨੇ ਆਪਣੇ ਦਰਿਆ ਨੇ ਨਾ, ਸਾਰੇ ਸਮੁੰਦਰ 'ਚ, ਹੁਣ ਤਾਂ ਸਮੁੰਦਰ 'ਚ ਪੈਣ ਜੋਗੇ ਛੱਡੇ ਹੀ ਨਹੀਂ ਨਾ। ਅੱਗੇ ਸਾਰੇ ਦਰਿਆ ਸਮੁੰਦਰ 'ਚ ਜਾ ਕੇ ਪੀਂਦੇ ਸੀ। ਇੱਕੋ ਇੱਕ ਗੰਗਾ ਏ, ਸਾਰੇ ਇੱਧਰ ਨੂੰ ਜਾਂਦੇ ਆ। ਗੰਗਾ ਜਾਂਦੀ ਏ ਉਲਟੇ ਪਾਸੇ, ਇੱਧਰੋਂ ਚੱਲਦੀ ਏ, ਇਹ ਉਲਟੇ ਪਾਸੇ ਜਾ ਕੇ ਗੰਗਾ ਜਿਹੜੀ ਏ ਬੰਗਾਲ 'ਚ ਜਾ ਕੇ ਸਮੁੰਦਰ, ਉਲਟਾ ਕੰਮ। ਸਾਰੇ ਦਰਿਆ ਚੜ੍ਹਦੇ ਸ਼ਿਵਦੇ ਨੂੰ ਜਾ ਕੇ ਪੀਂਦੇ ਆ। ਨੀਵਾਂ ਪਾਸਾ ਹੈ, ਤੁਰੇ ਹੀ ਜਾਂਦੇ ਆ, ਪਰ ਗੰਗਾ ਪੁੱਠੇ ਪਾਸੇ ਜਾਂਦੀ। ਰੱਬ ਦੇ ਉਲਟੇ ਕੰਮ ਨੇ। ਦਿੰਦਾ ਤੇ ਪੁੱਠਾ ਕਰਕੇ ਹੀ ਸਾਰੀਆਂ ਝੋਲੀਆਂ ਭਰ ਦਿੰਦਾ ਹੈ। ਪਰ ਤੈਨੂੰ ਅੱਜ ਤੱਕ ਮਿਲਿਆ ਕੋਈ ਨਹੀਂ। ਨਾ ਤੂੰ ਸਤਸੰਗਤ ਕਰਦਾ ਹੈ, ਨਾ ਰੀਨਾ ਇਹ ਸੇਵਾ ਕਰਦਾ ਹੈ। ਬੋਝ ਪੰਡ ਬੱਚਿਆਂ ਦੀ ਚੱਕੀ ਹੈ, ਬਸ ਉਹਨਾਂ ਦੀ ਸੁਰਤ ਰਹਿੰਦੀ। ਲੱਗਾ ਤੂੰ ਵੱਡੇ ਗੁਰੂਆਂ ਤੋਂ ਲੈ ਕੇ ਆ, ਨਹੀਂ ਮੰਨਿਆ। ਗੁਰੂ ਸਾਹਿਬ ਦਾ ਮਨ ਆ ਗਿਆ, ਹੁਣ ਇਹਦੀ ਗਰੀਬੀ ਰਹਿਣ ਨਹੀਂ ਦੇਣੀ। ਕਹਿੰਦੇ ਫਿਰ ਸਾਡਾ ਇੱਕ ਕੰਮ ਕਰ ਜਾ, ਸਾਡਾ ਹੁਕਮਨਾਮਾ ਲੈ ਜਾ। ਤੇ ਪੱਟੀ ਸਰਦਾਰ ਰਹਿੰਦੇ ਨੇ, ਸਰਦਾਰ, ਉਹਨਾਂ ਦੇ ਕੋਲ ਇਹ ਹੁਕਮਨਾਮਾ ਪਹੁੰਚਾ ਦੀ। ਉਹਨਾਂ ਨੂੰ ਸਾਡਾ ਹੁਕਮਨਾਮਾ ਦੇ ਦੇਵੀਂ। ਬਹੁਤ ਯਤਨ ਕੀਤੇ ਪਰ ਨਹੀਂ ਰਿਹਾ। ਮਹਾਰਾਜ ਨੇ ਪੱਟੀ ਵਾਲੇ ਸਰਦਾਰਾਂ ਨੂੰ ਲਿਖਤਾ, ਗੁਰੂ ਅਰਜਨ ਸਾਹਿਬ ਜੀ ਨੇ, ਕਿ ਇਹਨਾਂ ਨੂੰ ਆਪਣੇ ਕੋਲ ਹੀ ਰੱਖਣਾ ਹੈ। ਇਸ ਕਸੂਰ ਵਾਲੇ ਸਿੱਖ ਨੂੰ ਜਾਣ ਨਹੀਂ ਦੇਣਾ। ਆਪਦੇ ਉਹਨਾਂ ਦੇ ਘਰ ਬਹੁਤ ਸਤਸੰਗ ਸੀ, ਭਜਨ ਸਿਮਰਨ ਸੀ। ਬੱਚਾ ਬੱਚਾ ਨਾਮ ਜਪਦਾ ਸੀ, ਤਗੜੇ ਸੀ, ਕਾਰੋਬਾਰੀ ਸੀ, ਕਈ ਭਰਾ ਸਨ। ਉਹਨਾਂ ਨੇ ਫਿਰ ਇਹਨੂੰ ਕਿਹਾ ਵੀ ਤੈਨੂੰ ਅਸੀਂ ਤਾਂ ਗੁਰੂ ਸਾਹਿਬ ਦਾ ਬਚਨ ਮੰਨਣਾ, ਜਾਣ ਨਹੀਂ ਦੇਣਾ। ਕਹਿੰਦਾ ਮੈਂ ਗੁਰੂ ਰਾਮਦਾਸ ਵੇਲੇ ਦਾ ਆਉਣਾ। ਮਹਾਰਾਜ ਗੁਰੂ ਰਾਮਦਾਸ ਵੀ ਕਹਿੰਦੇ ਸੀ, ਭਾਈ ਜਿੰਨੇ ਲੈਣਾ ਹੈ ਕੁਝ ਰਵੋ ਇੱਥੇ, ਸੇਵਾ ਕਰੋ, 10 ਦਿਨ ਕਰ ਲਓ, 20 ਦਿਨ ਕਰ ਲਓ, ਪਰ ਮੈਂ ਨਹੀਂ ਰਹਿ ਸਕਦਾ। ਮੇਰੀਆਂ ਮਜਬੂਰੀਆਂ ਇੰਨੀਆਂ, ਮੇਰਾ ਘਰ, ਬੱਚਿਆਂ ਦਾ ਬੋਝ ਇਹੋ ਜਿਹਾ, ਮੈਂ ਇਕੱਲਾ ਹੀ ਕਮਾਉਣ ਵਾਲਾ। ਮੈਂ ਮਹਾਰਾਜ ਅੱਗੇ ਅਰਦਾਸ ਕਰਕੇ ਚਲਾ ਜਾਂਦਾ ਸੀ, ਮਹਾਰਾਜ ਵੀ ਮੈਂ ਨਹੀਂ ਰਹਿ ਸਕਦਾ, ਮੇਰੀ ਪਿੱਛੇ ਮਜਬੂਰੀ ਬਹੁਤ ਹੈ। ਤੇ ਮੈਂ ਗੁਰੂ ਅਰਜਨ ਸਾਹਿਬ ਕੋਲ ਵੀ ਨਹੀਂ ਰਿਹਾ, ਬਹੁਤ ਜ਼ੋਰ ਲਾਇਆ ਉਹਨਾਂ ਨੇ। ਤੇ ਤੁਸੀਂ ਧੱਕਾ ਨਾ ਕਰੋ, ਮੇਰੇ ਜਵਾਕ ਮਰ ਜਾਣਗੇ। ਕਹਿੰਦੇ ਵੀ ਵੇਖ ਸਿੱਖਾ, ਤੂੰ ਇੰਨੇ ਚਿਰ ਦਾ ਆਉਣਾ ਹੈ ਤੇ ਗਰੀਬ ਦਾ ਗਰੀਬ ਹੈ,
तेरा बनया कोई नहीं, जे तू मन्निया कोई नहीं तो बनता क्यों, तेरा बनता क्यों ना। सतगुरु तेरिया गरीबियां दूर करने वास्ते उन्होंने किते बंदियां दे घाटे आ, तेरे दुख दूर करने वास्ते तेनू रखते सी। गुरु रामदास प्रेरते सी, बचन कहते सी भाई जेड़े आए जे सरोवर की सेवा 10 दिन करके जाओ, कहना मैं निकल जाता हुंदा सी, मैं नहीं कभी रुकिया। महाराज सब नूं कहंदे सी जेड़े आए भाई 10 दिन 5 दिन करके जाओ, ये तुहाडे पुण्य बनाउण वास्ते सरोवर की सेवा शुरू हुई है, तुहाडे घर वसने कारोबार चलने। मेरे कोल टाइम नहीं, मैं महाराज नूं बेनती करके मत्था टेक के चला जाता सी चुप करके। गुरु अर्जन साहब ने बहुत कहा पर मैं रह नहीं सकता। उन्हें कहा भी असी तो उन्हें जान नहीं देना। उन्होंने रख लिया, फिर उत्थे जबरदस्ती रख लिया। रोज़ उन्होंने गुरु घर के बचन साखियां सुनाते रहे, पर वो आपदे कारोबार बच्चों को तड़फदा रहा। ये नाम जपण वाले बाणी पढ़न वाले भरोसे वाले सी। इन्हें कहा तेरा घर गुरु साहब का हथ होवे रुड़ जाएगा। तेरे बच्चों को जो गुरु साहब ने तेनों कहा, ये सारा शब्द सुनाया गुरु अर्जन साहब ने कि सिखा पत्थरां विच जीव जंतुआं नूं रब देंदा है, तेनों क्यों नहीं देगा, तू इन्ना घर नूं चंबड़िया, तू रहता सी सत्संग तो मिले सो तरिया। फिर कूज का बचन गुरु साहब ने सुनाया, उड़े उड़े आवे सह को सांत पाछे बचरे शरिया। 100 कोवां कूज बच्चों नूं छड़ के आ जाती, कौन खिलाउंदा है, कौन चोगा पाउंदा है। जे वो बच्चे उड्डण वाले बन जाते, तेरे परिवार भी गुरु साहब जी कहते तेरा परिवार पड़ेगा, सब कुछ होएगा। महल बन जाएंगे, झुग्गियां दी झुग्गियां ही लई फिरदा अजे तक। रह पो साडी सेवा च, पर बड़ा ढीठ उन्हें मन्निया नाम। गुरु साहब ने सारे वचन सुनाए, कहते जदों रब दयाल होया, परमेश्वर दयाल होया, सारिया शक्तियां तेरी तली ते रख देगा, 1 मिनट च कर तल तरिया। सब निधान दश दान ठाकर कर तल तरिया। पर गुरु साहब ने इन्ने वचन सुनाए पूरे शब्द दे, उनके एक भी मन च ना वसिया। भटकदा ही रहा महाराज दे कोल। इन्हां ने पट्टी वालिया गुरसिखां ने इहनूं संभाल लिया। फिर भी तू चिंता छड्ड, फिकर छड्ड, रोटी पानी प्रसाद कपड़ा तेनू देंगे, भजन तेनू भी असी नहीं देना। महाराज का वचन पूरा करके ही तेनू जान देंगे, जिन्नी देर गुरु साहब ने सानू हुक्मनामा भेजिया। 2 4 6 महीने जिन्ने भी गुरु साहब ने कहा सी, उन्ने चिर उन्हां सरदारां ने इनू कोल ही रखिया। दूजे पासे घरे की होया, घर सी झुग्गी इन्हां दी झोंपड़ी, बच्चे घर दे विच सी। इको दम घर च सप निकल आया, सारे भज के बाहर हो गए, तो सप नूं कुटिया मारिया ते झुग्गी दे उत्ते सिटता। सप नूं झुग्गी दे उपर सिट दिता। इधरों दिन बरसात दे वेख्या भी झुग्गी दे उत्ते मिट्टी मुट्टी पा लीए, कोई कहानी बना के ला दीए। ये जदों कहानी बना के उत्ते पाउण वास्ते पहुँचे, उधर सिख नूं तां सिखां ने आपदे कोल बिठाया होया, जान नहीं देंदे। उन्हां दे घर विच भजन पाठ सिमरन 24 घंटे चलदा सी, पर वो बच्चा बच्चा नाम जपदा सी। इधर जदों बच्चे परिवार चढ़िया उपर मिट्टी तूड़ी मिट्टी लाउण वास्ते, ते उत्ते सोने का हार पिया है महाराणी का। आखो सी इन्हों ने सिटिया सप उपर, सप इल ने चक लिया
ਤੇ ਸੋਨੇ ਦਾ ਹਾਰ ਕਿਸੇ ਨਵਾਬ ਦੀ, ਉੱਥੋਂ ਦੇ ਨਵਾਬ ਦੀ ਰਾਣੀ ਦਾ ਸੋਨੇ ਦਾ ਹਾਰ ਇੱਲ ਚੱਕ ਕੇ ਲਿਆਈ ਸੀ, ਤੇ ਉਹਨੇ ਉਸ ਹਾਰ ਉੱਥੇ ਛੱਡਤਾ ਤੇ ਸੱਪ ਲੈ ਕੇ ਚਲੀ ਗਈ। ਉਹਨਾਂ ਜਦੋਂ ਵੇਖਿਆ ਸਾਡੇ ਛੱਪੜ ਦੇ ਉੱਤੇ ਸੋਨੇ ਦਾ ਕੀਮਤੀ ਹਾਰ, ਤੇ ਜਦੋਂ ਉਹਦੀ ਬਾਜ਼ਾਰ ਵਿੱਚ ਜਾ ਕੇ ਕੀਮਤ ਪਾਈ ਤੇ ਲੱਖਾਂ 'ਚ ਕੀਮਤ ਪੈ ਗਈ, ਸਾਰੇ ਮਹਿਲ ਬਣ ਗਏ। ਉਦੋਂ ਨੂੰ ਉਹ ਸਿੱਖ ਵੀ ਆ ਗਿਆ, ਜਿੰਦੀ ਝੌਂਪੜੀ ਝੁੱਗੀ ਸੀ ਤੇ ਆਣ ਕੇ ਮਹਿਲ ਬਣੇ ਹੋਏ, ਬੱਚੇ ਨਿਆਣੇ ਭੱਜ ਕੇ ਮਿਲੇ। ਸਾਰੀ ਜਦੋਂ ਸਾਰਾ ਵਾਕਿਆ, ਸਾਰਾ ਇਤਿਹਾਸ ਸੁਣਿਆ ਤੇ ਸਿੱਖ ਦੀਆਂ ਭੁੱਬਾਂ ਨਿਕਲ ਗਈਆਂ। ਆਖੋ ਸੀ ਗੁਰੂ ਸਾਹਿਬ ਕਹਿੰਦੇ ਸੀ ਤੂੰ ਕਰ ਸੀ ਸੇਵਾ, ਤੂੰ ਰੋਤਾ ਸੀ। ਪੂਰਾ ਬਚਨ ਮਹਾਰਾਜ ਨੇ ਆ ਬਾਣੀ ਉਸ ਸਮੇਂ ਉਸ ਦੀ ਝੋਲੀ 'ਚ ਪਾਈ। ਆਪ ਗੁਰੂ ਅਰਜਨ ਸਾਹਿਬ ਇਸ ਸ਼ਬਦ ਨੂੰ ਰਚਨਹਾਰ, ਉਸ ਸਿੱਖ ਨੂੰ ਸਮੱਤ ਦੇਣ ਵਾਸਤੇ ਇੱਕ ਇੱਕ ਪੰਕਤੀ ਉਸ 'ਤੇ ਟੁੱਕ ਗਈ, ਇੱਕ ਇੱਕ ਪੰਕਤੀ। ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਾਜੀਓ ਪਰਿਆ, ਸੈਲ ਪੱਥਰ ਮੇ ਜੰਤੋ ਪਾਏ ਤਾਂ ਕਾਰੀ ਕਾਗੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਜਨ ਪਿਤਾ ਲੋਕ ਸਤਬੰਤਾ ਕੋਈ ਨਾ ਕਿਸ ਕੀ ਧਰਿਆ। ਪੁੱਤ ਤਾਂ ਤੁਸੀਂ ਬਣਾ ਲਓਗੇ, ਪੁੱਤ ਦੇ ਕਰਮ ਬਣਾ ਲਓਗੇ, ਪੁੱਤ ਬਣਾ ਲਓਗੇ। ਮਾਂ ਬੱਚਿਆਂ ਨੂੰ ਕਹਿੰਦੇ ਜਨਮ ਦਿੰਦੀ, ਭਾਗ ਨਹੀਂ ਦਿੰਦੀ। ਭਾਗ ਪਰਮਾਤਮਾ ਦਿੰਦਾ, ਕੋਈ ਰਾਜਾ ਬਣ ਜਾਂਦਾ, ਕੋਈ ਫਕੀਰ ਹੋ ਜਾਂਦਾ ਹੈ। ਇੱਕ ਮਾਂ ਦੇ ਪੁੱਤ ਇੱਕ ਸੰਤ ਬਣ ਗਿਆ, ਇੱਕ ਚੋਰ ਬਣ ਗਿਆ। ਮਾਂ ਪੁੱਤ ਨੂੰ ਜਨ ਪਿਤਾ ਲੋਕ ਸਤਬੰਤਾ, ਪੁੱਤ ਤਾਂ ਬਣਾ ਲੈਣਗੇ ਪਰ ਉਹਦਾ ਕੋਈ ਕਰਮ ਬਣਾ ਦੇਣਗੇ। ਕਰਮ ਗੁਰੂ ਨੇ ਬਣਾਉਣੇ ਆ। ਭੁੱਖੇ ਮਰਦੇ ਅਸੀਂ ਰਹੇ, ਭੁੱਖੇ ਮਰਦੇ ਜਵਾਕ ਰਹੇ, ਕਾਹਦਾ ਜੀਣਾ ਹੋਇਆ। ਗੁਰੂ ਸਾਨੂੰ ਮਿਲੇ ਫਿਰ ਵੀ ਅਸੀਂ ਨੰਗੇ ਭੁੱਖੇ ਰਹੇ। ਸਿਰ ਸਿਰ ਰਿਜ਼ਕ ਸੰਭਾਹੇ ਠਾਕਰ, ਕਾਹੇ ਮਨ ਪੋ ਕਰਿਆ। ਸਾਰੀ ਦੁਨੀਆ ਨੂੰ ਰੱਬ ਰਿਜ਼ਕ ਦਿੰਦਾ ਹੈ, ਤੂੰ ਨਹੀਂ ਦਿੰਦਾ। ਮੈਂ ਪਿਓ ਹਾਂ, ਮੈਂ ਭਰਾ ਹਾਂ, ਮੈਂ ਪਿਤਾ, ਮੈਂ ਵੱਡਾ, ਮੈਂ ਦੇਣਾ, ਕੱਖ ਨਹੀਂ ਦਿੰਦਾ ਤੂੰ। ਜੇ ਤੂੰ ਕਹੇ ਮੈਂ ਬੱਚਿਆਂ ਨੂੰ ਦੇਣਾ, ਤੂੰ ਤਾਂ ਆਪਦਾ ਆਪ ਖਵਾ ਕੇ ਬਹਿ ਜਾਏਗਾ, ਆਪਦਾ ਹੀ ਨੁਕਸਾਨ ਕਰ ਬੈਠੇਗਾ। ਤੂੰ ਕੀ ਦੇਣ ਵਾਲਾ ਹੈ? ਤੇਰੇ ਐਡੇ ਵੱਡੇ ਕਰਮ ਹੈ ਜਿਹੜੇ ਕਿ ਤੂੰ ਬੱਚਿਆਂ ਨੂੰ ਵੰਡ ਸਕਦਾ ਹੈ। ਬਿਨਾਂ ਭਾਗ ਤੋਂ ਕੋਈ ਨਹੀਂ ਹੁੰਦਾ। ਪਿਓ ਬੜਾ ਧਨਾੜ ਸੀ, ਬੜਾ ਸਰਮਾਏਦਾਰ ਸੀ, ਬੜਾ ਧਨ ਸੀ। ਬੜਾ ਸ਼ਾਹੂਕਾਰ ਸੀ। ਉਹਨੇ ਧਨ ਬਹੁਤ ਥਾਵਾਂ ਦੇ ਹੁੰਦਾ ਰੱਖਿਆ, ਵੰਡਿਆ ਹੋਇਆ ਸੀ। ਵਾਧੂ ਧਨ ਉਹਨੇ ਘਰ ਦੇ ਵਿੱਚ ਨਾ ਰੱਖ ਕੇ ਪਾਸੇ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ। ਮਿਸਤਰੀਆਂ ਤੋਂ ਇੱਟਾਂ ਲਵਾ ਕੇ ਥੰਮ ਬਣਾ ਕੇ ਨਾ ਵਿੱਚੋਂ ਪੋਲਾ ਰਖਾ ਲਿਆ। ਪੋਲਾ ਰਖਾ ਕੇ ਉਹ ਧਨ ਦੇ ਨਾਲ ਭਰ ਦਿੱਤਾ। ਕਿਸੇ ਬੱਚੇ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ। ਬੱਚਾ ਹੁੰਦਾ ਮੁੜ ਤੋਂ ਹੀ ਪਤਾ ਲੱਗ ਜਾਂਦਾ ਵੀ ਸਾਡੇ ਪੁੱਤ ਕਿਹੋ ਜਿਹੇ ਨੇ। ਉਹ ਲਾਪਰਵਾਹੀਆਂ ਕਰਦਾ ਸੀ। ਉਹਨੂੰ ਪਤਾ ਸੀ ਇਹਨੇ ਮੇਰਾ ਜਿੰਨਾ ਧਾਣੇ ਇਹੋ ਜਿਹਾ ਪੁੱਤੇ ਇਹਨੇ ਖਿਆ ਉਡਾ ਦੇਣੀ ਹੈ। ਉਹਨੇ ਧਨ ਜਿਹੜਾ ਨਾ ਥਮੜੇ ਦੇ ਵਿੱਚ ਰੱਖਤਾ, ਨਾਲ ਚਿੱਠੀ ਲਿਖਤੀ ਵੀ ਜੇ ਕਿਤੇ ਧਨ ਦੀ ਲੋੜ ਪਏ ਤੇ ਥੰਮ ਸ਼ਾਹ ਤੋਂ, ਥੰਮ ਸ਼ਾਹ ਨੂੰ ਮੇਰਾ ਧਨ ਦਿੱਤਾ ਹੋਇਆ ਹੈ ਲੱਖ ਰੁਪਈਆ, ਤੇ ਥੰਮ ਸ਼ਾਹ ਤੋਂ ਲੱਖ ਰੁਪਈਆ ਲੈ ਲੈਣਾ। ਜਿਹਦੇ ਜੇ ਘਰ ਵਿੱਚ ਕੋਈ ਔਖੀ ਨੌਬਤ ਆਵੇ ਤੇ ਥੰਮ ਸ਼ਾਹ ਤੋਂ ਲੱਖ ਰੁਪਈਆ ਲੈ ਲੈਣਾ। ਉਹਦੇ ਕੋਲ ਮੇਰਾ ਧਨ। ਹੁਣ ਇਹਦੇ ਕੋਲ ਧਨ ਬੜਾ ਸੀ। ਇਹਨੇ ਪਿਓ ਦੀ ਚਿੱਠੀ ਤਾਂ ਵੇਖ ਲਈ ਥੰਮ ਸ਼ਾਹ ਦੀ,
ਪਰ ਇਹਦੇ ਕੋਲ ਬਹੁਤ ਪਿਓ ਦਾ ਧਨ ਹੀ ਇੰਨਾ ਸੀ, ਇਹਨੇ ਉਜਾੜਿਆ ਭਰ ਭਰ ਕੇ। ਕੀ ਕਰੇਗਾ ਪੁੱਤਾਂ ਨੂੰ ਦੇ ਕੇ? ਪੋਤੀ ਉਜਾੜੂ ਹੋਇਆ, ਉਹਨੇ ਖੇ ਉਡਾ ਦੀ ਘਰ ਦੀ, ਭੁੱਖਾ ਮਰਨ ਲੱਗਾ। ਤੇ ਥੰਮ ਸ਼ਾਹ ਨੂੰ ਲੱਭਣ ਲੱਗਾ ਜਿੱਥੇ ਜਿੱਥੇ ਉਹ ਜਾਂਦਾ ਸੀ, ਪਿਸ਼ੌਰ ਦੇ ਵਿੱਚ, ਬਗਦਾਦ ਦੇ ਵਿੱਚ, ਇੱਕ ਹੋਰ ਸ਼ਹਿਰ ਸੀ ਜਿੱਥੇ ਸਾਰੇ ਕੰਮਕਾਰਾਂ ਨੂੰ ਜਾਂਦੇ ਸੀ। ਉਹ ਸਭ ਥਾਵਾਂ 'ਤੇ ਜਾ ਜਾ ਕੇ ਉਹਨੇ ਪਤਾ ਲੱਗਿਆ ਕੀਤਾ ਕੋਈ ਥੰਮ ਸ਼ਾਹ ਹੋਵੇ। ਥੰਮ ਸ਼ਾਹ ਕਿਤੇ ਨਾ ਮਿਲਿਆ। ਉਹਦਾ ਇੱਕ ਦੋਸਤ ਸ਼ਾਹੂਕਾਰ ਆਇਆ ਵੀ ਜਾਈਏ ਉਹਦੇ ਘਰੇ, ਪਤਾ ਸੁਰ ਕਿਵੇਂ ਪੁੱਤ ਕਿੰਨਾ ਕੁ ਉੱਚਾ ਬਣ ਗਿਆ। ਪਿਓ ਦਾ ਬੜਾ ਪੈਸੇ 'ਚ ਪਹਿਲੇ ਨੰਬਰ 'ਤੇ ਸੀ। ਜਦੋਂ ਆਇਆ ਤੇ ਘਰ ਦਾ ਹਾਲ ਦੇਖ ਕੇ, ਪੁੱਤ ਦਾ ਹਾਲ ਵੇਖ ਕੇ ਉਸ ਮਿੱਤਰ ਨੂੰ ਰੋਣਾ ਆ ਗਿਆ। ਕਹਿੰਦਾ ਇਹ ਹਾਲ ਤੇਰਾ? ਕਹਿੰਦਾ ਬਸ ਪਿਓ ਨੇ ਤਾਂ ਬੜਾ ਕੁਝ ਜੋੜਿਆ ਸੀ, ਮੈਂ ਹੀ ਗੰਦਾ। ਮੈਂ ਇੱਕ ਨਹੀਂ ਪਿਓ ਦੀ ਮੰਨੀ, ਬਾਪ ਮੈਨੂੰ ਸਮਝਾਉਂਦਾ ਵੀ ਰਿਹਾ ਹੁੰਦਿਆਂ ਵੀ। ਬਸ ਸਾਰਾ ਧਨ ਮੇਰੇ ਕੋਲ ਆਇਆ, ਮੈਂ ਸਾਰਾ ਹੀ ਉਡਾਤਾ। ਹੁਣ ਅੱਜ ਮੈਂ ਨੰਗ ਭੁੱਖ 'ਚ ਔਖਾ ਹਰ ਇੱਕ ਪੱਖੋਂ। ਉਹ ਕਹਿੰਦਾ ਉਹ ਏਡਾ ਪਿਓ ਧਣੀ, ਤੂੰ ਇੰਨਾ ਭੁੱਖਾ ਮਰਦਾ ਹੈ? ਇਹ ਕਾਰਨ ਕੀ ਹੈ? ਤੇਰੀਆਂ ਨਸ਼ੇੜੀ, ਨਸ਼ੇ ਦੀ ਤੈਨੂੰ ਆਦਤ, ਪਰਾਈਆਂ ਔਰਤਾਂ ਕੋਲ ਜਾਣ ਦੇ ਤੇਰੇ ਸੁਭਾਅ, ਹਰ ਗੰਦਗੀ ਤੇਰੇ ਵਿੱਚ ਇਹ ਦੁਨੀਆ ਦੀ। ਤੂੰ ਤਾਂ ਪਿਓ ਦੀ ਬਰਬਾਦੀ ਕਰਕੇ ਰੱਖਦੀ। ਉਹ ਤਾਂ ਏਡਾ ਧਨੀ ਸੀ, ਉਹ ਤਾਂ ਦੁਨੀਆ ਨੂੰ ਵਸਾਉਂਦਾ ਸੀ, ਦੁਨੀਆ ਨੂੰ। ਕਹਿੰਦੇ ਮੈਨੂੰ ਉਹਨੇ ਸ਼ਾਹੂਕਾਰ ਬਣਾਇਆ, ਤੇਰੇ ਪਿਓ ਨੇ। ਪਰ ਤੇਰਾ ਹਾਲ ਵੇਖ ਕੇ ਮੈਂ ਬੜਾ ਦੁਖੀ ਹਾਂ। ਦੱਸ, ਕੋਈ ਕਹਿੰਦੇ ਜੀ ਇੱਕ ਪਿਓ ਸਾਡਾ, ਤੁਸੀਂ ਪੁਰਾਣੇ ਮਿੱਤਰ ਜੇ। ਥੰਮ ਸ਼ਾਹ ਕੌਣ ਸੀ? ਕੋਈ ਮਿੱਤਰ ਹੋਵੇ ਜਿਹਦੇ ਕੋਲ ਧਨ, ਕਹਿੰਦੇ ਲੱਖ ਰੁਪਈਆ ਮੇਰਾ ਪਿਆ ਉਹਦੇ ਕੋਲ। ਉਨ ਸਮਿਆਂ 'ਚ ਲੱਖ ਬਹੁਤ ਸੀ। ਕਹਿੰਦੇ ਵੀ ਥੰਮ ਸ਼ਾਹ ਨਹੀਂ ਹੈਗਾ। ਜਿੱਥੇ ਜਿੱਥੇ ਕੰਮ ਚੱਲ ਸ਼ਾਹੂਕਾਰਾ ਹੁੰਦਾ ਚੱਲਦਾ ਸੀ, ਕਹਿੰਦੇ ਥੰਮ ਸ਼ਾਹ ਕੋਈ ਨਹੀਂ ਹੈਗਾ। ਤੇ ਉਹਨੇ ਉਹ ਜਿਹੜਾ ਲਿਖਿਆ ਹੋਇਆ ਵੇਖ ਕੇ ਵਿਚਾਰਨ ਲੱਗ ਪਿਆ। ਕਹਿੰਦੇ ਸਗਲ ਬੋਲਣ ਮਾਹੇ ਵਿਚਾਰ, ਹਰ ਕੰਮ ਧੱਕੇ ਨਾਲ ਕਰੋ, ਟੱਕਰਾਂ ਮਾਰੋ, ਉਹ ਨਹੀਂ ਚੰਗਾ, ਉਸ 'ਤੇ ਵਿਚਾਰ ਕਰੋ। ਉਹਨੇ ਬਹਿ ਕੇ ਵਿਚਾਰ ਕੀਤੀ। ਕਹਿੰਦਾ ਵੀ ਆਹ ਜਿਹੜਾ ਥੰਮੜਾ ਘਰ 'ਚ ਬਣਿਆ ਹੈ, ਇਹਦੇ ਉੱਤੇ ਕੋਈ ਛੱਤ ਦਾ ਵਜਨ ਨਹੀਂ? ਕਹਿੰਦੇ ਨਹੀਂ, ਬਸ ਕੋਈ ਛੱਤ ਦਾ ਵਜਨ ਨਹੀਂ, ਇਹ ਵੈਸੇ ਹੀ ਪਿਓ ਨੂੰ ਸ਼ੌਂਕ ਸੀ, ਉਹਨੇ ਥੰਮੜਾ ਘਰ 'ਚ ਬਣਾ ਕੇ ਰੱਖਿਆ। ਕਹਿੰਦਾ ਫਿਰ ਇਹਨੂੰ ਤੋੜੋ, ਇਹਦੇ ਤੇ ਕੋਈ ਬੋਝ ਨਹੀਂ ਛੱਡਦਾ। ਕਹਿੰਦੇ ਕੋਈ ਨਹੀਂ। ਬਹੁਤ ਵੱਡਾ ਥੰਮੜਾ ਜੋ ਤੋੜਿਆ ਦੇ ਵਿੱਚੋਂ ਲੱਖ ਸੋਨੇ ਦੀ ਮੋਹਰ ਨਿਕਲੀ, ਲੱਖ। ਕਹਿੰਦੇ ਆਹ ਥੰਮ ਸ਼ਾਹ ਕੋਲ ਸੀ। ਇਹਨਾਂ ਦੀ ਬੁਝਾਰਤਾਂ ਹੁੰਦੀਆਂ ਨਾ ਸ਼ਾਹੂਕਾਰਾਂ ਦੀਆਂ। ਕਹਿੰਦਾ ਵੀ ਹੁਣ ਪਹਿਲਾਂ ਉਹਨੇ ਕਿਹਾ ਮੈਨੂੰ ਵਾਅਦਾ ਦੇ ਕਿ ਅੱਜ ਤੋਂ ਬਾਅਦ ਮੈਂ ਸਾਰੇ ਐਬ ਛੱਡਾਂਗਾ, ਤੇਰੇ ਐਬ ਨੇ ਇਹਨੂੰ ਟਿਕਣ ਨਹੀਂ ਦੇਣਾ, ਇਹ ਵੀ ਲੱਖ ਮੁੱਕ ਜੇਗਾ। ਉਹ ਐਬ ਬੰਦ ਕਰ। ਉਹਨੇ ਕਸਮ ਖਾਧੀ ਸੀ ਵੀ ਹੁਣ ਮੈਂ ਮਰ ਗਿਆ, ਰੋ ਰੋ ਕੇ ਦਿਨ ਕੱਟ ਲਏ, ਹੁਣ ਮੈਂ ਕੋਈ ਐਬ ਨਹੀਂ ਕਰਾਂਗਾ, ਕੋਈ ਬਰਬਾਦੀ ਨਹੀਂ ਕਰਾਂਗਾ। ਗੁਰੂ ਸਾਹਿਬ ਕਹਿੰਦੇ ਸਾਰੇ ਤੈਨੂੰ ਖਾਣ ਵਾਲੇ ਹੀ ਚੇਤਾ ਰੱਖੀ, ਜਿਨ੍ਹਾਂ ਨੂੰ ਤੂੰ ਬਣਾਈ ਬੈਠਾ ਨਾ, ਤੈਨੂੰ ਸਾਰੇ ਲੁੱਟਣ ਵਾਲੇ ਆ, ਵੱਢਣ ਟੁੱਕਣ ਵਾਲੇ ਆ, ਇਹ ਕੋਈ ਤੇਰੇ ਸੱਜਣ ਨਹੀਂ। ਫਿਰ ਉਹ ਕਮਾਈਆਂ ਕਰ ਕਰਕੇ ਫਿਰ ਵੱਡੇ ਸ਼ਾਹੂਕਾਰੇ 'ਤੇ ਪਹੁੰਚ ਗਿਆ ਪੁੱਤ ਵੀ। ਜੇ ਅਸੀਂ ਸੰਭਲਾਂਗੇ ਤੇ ਪਹੁੰਚਾਂਗੇ। ਗੁਰੂ ਸਾਹਿਬ ਨੇ ਕਿਹਾ ਸੀ ਪ੍ਰਮਾਤਮਾ ਦੇਣ ਵਾਲਾ, ਭਾਗ ਨਹੀਂ ਕੋਈ ਦੇ ਸਕਦਾ, ਭਾਗ ਮਿਲਣਗੇ ਸਤ ਸੰਗਤ ਵਿੱਚੋਂ। ਸੇਵਾ ਸਿਮਰਨ 'ਚ ਅੱਜ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਹੈ। ਪਹਿਲੇ ਕੋਈ ਨਹੀਂ ਸੀ। ਮੇਰੇ ਕੋਲ ਵੀ ਕੋਈ ਕਾਰਾਂ ਗੱਡੀਆਂ ਨਹੀਂ ਹੁੰਦੀਆਂ ਸੀ, ਤੇ ਟਰੈਕਟਰਾਂ ਦੇ ਨਾਲ ਹੀ ਸਾਰਿਆਂ ਦੇ ਜਾ ਕੇ ਸੰਗਤਾਂ ਨੂੰ ਲਾਈਦਾ ਸੀ ਸੇਵਾ ਤੇ ਪਾਠ ਤੇ।
ਰਾਜਸਥਾਨ ਦੇ ਵਿੱਚ ਬਾਬਾ ਜੀ ਨੇ ਡਿਊਟੀ ਲਾਈ ਸੀ। ਉੱਥੇ ਅਸੀਂ ਤੁਰ ਕੇ ਜਾਂਦੇ ਰਹੇ। ਫਿਰ ਕੀਰਤਨ ਕਰਨ ਵਾਸਤੇ ਨਾਨਕਸਰ ਜਥਾ ਗਿਆ। ਹੁਣ ਇਹਨਾਂ ਨੂੰ ਤਾਂ ਕਾਰ ਲੈਣ ਇੱਥੇ ਨਾਨਕਸਰ ਆਉਂਦੀ ਸੀ, ਅਤੇ ਮੈਨੂੰ ਕਹਿੰਦੇ ਵੀ ਕੋਈ ਗੱਡੀ ਆਏਗੀ ਲੈਣ। ਮੈਂ ਕਿਹਾ ਵੀ ਆਏਗੀ ਗੱਡੀ, ਆਪਾਂ ਤਿਰੰਗਿਆਂ ਦੀ ਕੀਰਤਨ ਕਰਨ ਜਾਣਾ ਸੀ। ਕਹਿੰਦੇ ਗੱਡੀ ਆਏਗੀ, ਮੈਂ ਕਿਹਾ ਆਏਗੀ। ਅਤੇ ਊਠ ਵਾਲੀ ਗੱਡੀ ਆਈ ਨਾ, ਅਤੇ ਸਾਰੇ ਹੱਸਣ ਲੱਗ ਪਏ। ਫਿਰ ਊਠ ਵਾਲੀ ਗੱਡੀ 'ਤੇ ਅਸੀਂ ਬਹਿ ਕੇ ਤਿਰੰਗਿਆਂ ਵਾਲੀ ਕੀਰਤਨ ਕਰਕੇ ਆਏ। ਸੰਤ ਭਜਨ ਸਿੰਘ ਸੀ, ਨਕੋਦਰ ਵਾਲੇ ਸੀ, ਬਾਬਾ ਲੱਡੂ ਜੀ, ਇਹ ਸਾਰੇ ਬੇਗਮ ਸਨ ਉੱਥੇ। ਬਾਬਾ ਜੀ ਨੇ ਜਿਹੜਾ ਕੋਈ ਗਲਤੀ ਕਰਦਾ ਸੀ ਉਹਨੂੰ ਉੱਥੇ 15 ਲਾਈ ਜਾਂਦੀ ਸੀ ਵੀ 15 ਦਿਨ ਉਹਨੇ ਉੱਥੇ ਸਜ਼ਾ ਕੱਟਣੀ ਹੈ। ਅਤੇ ਮੈਨੂੰ ਤਾਂ ਪੱਕੀ ਸਜ਼ਾ ਲੱਗੀ ਹੋਈ ਸੀ ਕਾਲੇ ਪਾਣੀ ਦੀ। ਕਾਲਾ ਪਾਣੀ ਕਹਿੰਦੇ ਸੀ ਨਾਨਕਸਰ, ਵੀ ਉੱਥੇ ਰਾਜਸਥਾਨ ਨੂੰ ਕਾਲਾ ਪਾਣੀ ਕਹਿੰਦੇ ਸੀ। ਇਸ ਤਰ੍ਹਾਂ ਕਰਕੇ ਜਦੋਂ ਪੈਦਲ ਸੀ ਤਾਂ ਪੈਦਲ ਵੀ ਭੱਜ ਭੱਜ ਕੇ ਜਾਂਦੇ ਰਹੇ। ਫਿਰ ਸਾਈਕਲ ਜਦੋਂ ਮਿਲਿਆ, ਲੁਧਿਆਣੇ ਸਾਡੇ ਉਹ ਨਾਨਕਿਆਂ ਦਾ ਘਰ, ਨਾਨਾ ਜੀ ਤੋਂ ਛੋਟਾ ਸੀ, ਅਵਤਾਰ ਸਿੰਘ ਉਹਨਾਂ ਦਾ ਘਰ ਹੈ। ਜਦੋਂ ਮੈਂ ਐਟਲਸ ਦਾ ਪਹਿਲਾ ਸਾਈਕਲ ਲਿਆ ਨਾ 1100 ਰੁਪਏ ਦਾ, ਫਿਰ ਮੈਂ ਆਪਦੇ ਨਾਨਕਿਆਂ ਨੂੰ ਦਿਖਾਉਣ ਗਿਆ ਵੀ ਮੈਂ ਸਾਈਕਲ ਲੈ ਲਿਆ। ਐਟਲਸ ਕੋਈ ਕੰਪਨੀ ਦਾ ਸੀ, 1100 ਦਾ ਉਹ ਸਾਈਕਲ ਆਇਆ ਸੀ। ਅਤੇ ਸਾਈਕਲ 'ਤੇ ਫਿਰ ਸੰਗਤਾਂ ਨੂੰ ਪ੍ਰੇਰਦੇ ਰਹੇ, ਕਹਿੰਦੇ ਰਹੇ। ਫਿਰ ਸਕੂਟਰ 'ਤੇ, ਫਿਰ ਕਾਰ 'ਤੇ, ਅਤੇ ਹੁਣ ਗੁਰੂ ਸਾਹਿਬ ਜਹਾਜ਼ਾਂ 'ਤੇ ਲਈ ਫਿਰਦੇ। ਬਾਬਾ ਖੇਮ ਸਿੰਘ ਜੀ ਕਹਿੰਦੇ ਸੀ ਜਦੋਂ ਅਸੀਂ ਰੇਲ ਲੈ ਕੇ ਗਏ ਨਾ ਆਪਣੀ, ਬੜੇ ਖੁਸ਼ ਹੋਏ। ਕਿੱਥੇ ਜਾਣਾ ਜੀ? ਮੈਂ ਕਿਹਾ ਜੀ ਅਸੀਂ ਮਦਰਾਸ ਵੀ, ਕਲਕੱਤੇ ਵੀ, ਬੰਬਈ ਵੀ, ਦਿੱਲੀ ਵੀ, 50 ਤਖ਼ਤਾਂ 'ਤੇ ਵੀ। ਕਹਿਣ ਲੱਗੇ ਹੁਣ ਤਾਂ ਜਹਾਜ਼ ਲਏ, ਇਹ ਨਹੀਂ ਹੁਣ ਕਲਕੱਤਾ ਆਪਣੇ ਕਨੇਡਾ, ਅਮਰੀਕਾ, ਇੰਗਲੈਂਡ, ਕਹਿੰਦੇ ਹੁਣ ਜਹਾਜ਼ 'ਤੇ ਜਾ ਜਾ ਕੇ ਆਪਣਾ ਜਹਾਜ਼ ਲਏ। ਉਹ ਬਖਸ਼ਿਸ਼ ਕਰੀ ਗਏ। ਜਦੋਂ ਅਸੀਂ ਪਹਿਲੀ ਵਾਰੀ ਰੇਲ ਪੂਰੀ ਬੁੱਕ ਕਰਾਈ ਨਾ, ਦੂਜੀ ਵਾਰੀ ਕਰਾਈ ਤੀ, ਬੜੇ ਖੁਸ਼ ਹੋਏ ਵੀ ਪੂਰੀ ਰੇਲ। ਹਾਂਜੀ, ਮੈਂ ਕਿਹਾ ਜੀ ਪੂਰੀ ਰੇਲ ਆਪਣੀ ਹੈ, 15-20 ਦਿਨ, 20-25 ਦਿਨ, ਜਿੱਧਰ ਮਰਜ਼ੀ ਤੋਰੀ ਫਿਰਾਂਗੇ, ਜਿੱਧਰ ਮਰਜ਼ੀ ਲੈ ਜਾਵਾਂਗੇ। ਇਹ 3 ਵਾਰੀ ਫਿਰ ਰੇਲ ਗੱਡੀ ਪੂਰੀ ਬੁੱਕ ਕਰਕੇ ਸੰਗਤਾਂ ਨੂੰ ਨਾਲ ਜਾ ਕੇ ਫਿਰ ਸਾਰੇ ਦਰਸ਼ਨ ਦਿਦਾਰੇ ਰੇਲ 'ਚ ਪੂਰੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸੀ, ਕਥਾ ਕੀਰਤਨ। ਬਾਬਾ ਜੀ ਮੈਨੂੰ ਕਹਿੰਦੇ ਕਿ ਤੂੰ ਕੰਮ ਫੜਿਆ ਵੀ ਰੇਲ ਲੈ ਕੇ ਤੁਰ ਪੈਂਦਾ ਹੈ। ਫਿਰ ਬਾਅਦ 'ਚ ਕਹਿਣ ਲੱਗੇ, ਮੈਂ ਕਿਹਾ ਬਾਬਾ ਜੀ ਤੁਸੀਂ ਕੀ ਕਹਿੰਦੇ ਜੀ? ਕਹਿੰਦੇ ਅਸੀਂ ਕਹਿੰਦੇ ਮਾਲਾ ਫੇਰੋ, ਸੁਖਮਣੀ ਕਰਾਓ, ਜਪਜੀ ਕਰਾਓ, ਪਾਠ ਕਰਾਓ। ਤੂੰ ਰੇਲ ਲੈ ਕੇ, ਮੈਂ ਕਿਹਾ ਜੀ ਮੇਰੇ ਕਾਬੂ ਨਹੀਂ ਆਉਂਦੀ ਇੱਧਰ। ਜਦੋਂ ਰੇਲ ਲੈ ਕੇ ਸਾਰਿਆਂ ਨੂੰ ਵਿੱਚ ਵਾੜ ਲਈਦਾ ਨਾ, ਫਿਰ ਮੇਰੇ ਕਾਬੂ ਆ ਜਾਂਦੇ ਆ। ਫਿਰ ਰੇਲ 'ਚੋਂ ਭੱਜ ਨਹੀਂ ਸਕਦੇ ਕਿਤੇ। ਫਿਰ 15-20 ਦਿਨ ਫਿਰ ਇਹਨਾਂ ਨੂੰ ਮਾਲਾ ਹੀ ਫੜਾਈ ਦੀ, ਗੁੜਕੇ ਹੀ ਫੜਾਈ ਦੇ। ਫਿਰ ਕਰੋ ਪਾਠ, ਉੱਤੇ ਬੰਦੇ ਲਾ ਦੀਦੇ ਵੀ ਸੁਖਮਣੀ ਕਰੋ, ਜਪਜੀ ਕਰੋ, ਮਾਲਾ ਕਰੋ। ਬਾਬਾ ਜੀ ਫਿਰ ਭੱਜ ਨਹੀਂ ਸਕਦੇ ਰੇਲ 'ਚੋਂ ਛਾਲ ਮਾਰ ਕੇ। ਇੱਥੇ ਨਹੀਂ ਸਾਡੇ ਗੁਰਦੁਆਰੇ ਭੱਜ ਜਾਂਦੇ, ਕਾਬੂ ਨਹੀਂ ਆਉਂਦੇ ਸਾਡੇ। ਅਤੇ ਰੇਲ 'ਚੋਂ ਭੱਜਣ ਕਿੱਥੇ? ਇੱਥੋਂ ਤਾਂ ਇਹਨਾਂ ਨੂੰ ਚਾਹ ਦੇਈਦਾ, ਤੁਹਾਨੂੰ ਦਿਖਾਵਾਂਗੇ ਬੰਬਈ, ਦਿਖਾਵਾਂਗੇ ਕਲਕੱਤਾ, ਦਿਖਾਵਾਂਗੇ ਤੁਹਾਨੂੰ ਸਮੁੰਦਰ, ਦਿਖਾਵਾਂਗੇ ਗੋਆ, ਲੈ ਕੇ ਚਲੇ ਜਾਵਾਂਗੇ। ਉੱਥੇ ਮੇਮਾ ਮੂਮਾ ਹੀ ਦੇਖਣ ਜਾਂਦੇ ਆ ਜ਼ਿਆਦਾ। ਤਾਂ ਅਸੀਂ ਚਲੇ ਗਏ, ਸਾਰੇ ਜਾ ਰਹੇ ਸੀ। ਉਹ ਗੋਰਿਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਉਵੇਂ ਪਏ ਹੁੰਦੇ ਉਹ। ਅਤੇ ਸਾਡੇ ਝੰਡੇ ਬੱਗੇ ਦੀ ਮਾਈ ਜਾ ਕੇ ਅੱਗੇ ਭੱਜੀ ਗਈ, ਕਹਿੰਦੇ ਨਹੀਂ ਨੰਗੀ ਪਈ ਹੈ, ਬਾਬਾ ਜੀ ਆਉਂਦੇ ਪਏ, ਕੱਪੜਾ ਲੈ ਲਾ ਉੱਤੇ। ਉਹ ਵਿਚਾਰੀ ਨੂੰ ਪਤਾ ਨਹੀਂ ਸੀ ਕੁਝ, ਉਹਨਾਂ ਨੂੰ ਕੀ ਪਤਾ ਨਾ ਆਉਂਦੀ ਅੰਗਰੇਜ਼ੀ, ਪੰਜਾਬੀ ਸਮਝੇ। ਉਹਨਾਂ ਦਾ ਕੰਮ ਐਵੇਂ ਹੀ ਚੱਲਦਾ। ਗੋਆ ਵਿੱਚ ਤਾਂ ਉਸੇ ਦਾ ਆਹ ਕੁਝ ਹੀ ਹੈਗਾ।
होर कख नहीं उत्थे गा, कोई उत्थे हरमंदर साहिब नहीं हैगा, उत्थे कोई मंदिर नहीं हैगा। होर तां थावां ते हुंदे ना, रमेश्वरम जाईदा सी, उत्थे मंदिर हुंदे सी, संगतां नूं लालच दे के लै जाईदा सी भी तुहानूं रमेश्वरम दिखावांगे। तो फिर 20-25 दिन नाले सेवा करा ली, नाल नाम जपा लिया, ये जुगती दे नाल ही। बाबा जी कहते हाँ बई आ तो ठीक है। फिर मैं क्या जी फिर माला फड़ा दी दियां, गुड़के फड़ाई दे, फिर ये भज भी नहीं सकते, तो सैर भी करा दी दे, नाल नाम ही जप लीदा। गुरु साहब ने बन के सिख नूं रखिया, उत्थे सेवा भी खातर भी पूरी। तो जदों फिर समा बनिया उन्होंने छड्डिया ते घरे गया, तो मैल बने हुए सी। गुरु साहब ने कहा सी सिखा तू रह के सेवा करके वेखता लै, तेरे मैल बन जाणगे, तू इन्ने चिर दा होना है, बचन तू एक नहीं मन्निया, सेवा तू कीती नहीं, रिहा तू है नहीं। मेरे माधो जी सत संगत मिले सो तरिया, इन्ना वड्डा सत्संग ते गुरु की कृपा नाल सुक्कियां लकड़ा हरियां हो सकदियां, तू नहीं हरा होएगा, तेरे ते मेल नहीं होएगी, सत्संग तेरा नहीं कोई सवारेगा। तेनू माया ते यकीन नहीं होनी चाहिए, सत्संगत ते होनी चाहिए यकीन। तेनू गुरु के बचन ते भरोसा होना चाहिए, दुनिया के करन ते भरोसा नहीं होना चाहिए। गुरु जिथे खिलारे उथे खड़ जा। नदियां चल पैंदियां, कहते उल्टी गंगा समुंदर च वाड़ती परमेश्वर ने, शक्ति वाली है ना, सारियां लहिंदे पासे आईयां, ये किवें चढ़ गई चढ़दे पासे नूं। उहदी लीला है निरंकार दी, वो तो उल्टा काम करके दे देवेगा, बिल्कुल उल्टा। तेरा उल्टा लिखिया है, उस तो उल्ट कर देवेगा। उल्टी गंग समुंद संभावे। दिता लइए अपना अन दिता कश हथ ना भाई आपका पीजीआई बनना है, गुरु साहब कह रहे हैं। अन दिता तेरे हथ लगन नहीं लगा, तेरिया सेवा ने फड़ना है। इन्हों दे गल कर रहे सी ना, मुंडी जमाल की, दांडेआड़ा की, फतेहगढ़ की ट्रालियां भर भर के इत्थे आउंदियां सी। माघ दा महीना ते लई जांदे सी सारे। ते हुण तुहाडा माघ दा महीना मैं देखिया है, ते हुण माघ दा कहना ही नहीं चाहिए। माघ दा ताकीए जे माघ मजन संग साधुआं तूड़ी कर इशनान। नानकसर माघ दा महीना देखिया, चारे पास्यों भीड़ ही भीड़, संगतां दा कठ ही कठ, किसी चीज़ की कमी नहीं। तो इत्थे भी बाबा जी की कृपा नाल पूरी रौनक सी माघ के महीने में। उन्नी नानकसर नहीं सी होंदी माघ के महीने, उदों थोड़ी संगत होंदी सी। इत्थे बाबा जी की कृपा नाल पूरी रौनक सी। लुधियाने भी माघ के महीने बहुत बहुत पाठ चलते रहे। ये अन दिता कोई हथ नहीं आता अगे। फिर आई घर अर्जने पुत संसारी, गुरु कहावे। गुरु अर्जन साहब नूं गुरगद्दी, ये पहला कौतक सी। गुरु नानक साहब ने अपने पुत्रां नूं नहीं दिती गद्दी। गुरु अंगद देव जी ने अपने पुत्रां नूं नहीं दिती। गुरु अमरदास के पुत्र बोलते रहे, झगड़ा पा लिया पर नहीं दिती, मत्था भी नहीं टेकिया मोहन जी ने, नहीं दिती गद्दी पुत्र नूं। पर गुरु रामदास ने संसारी पुत्र नूं गद्दी दे दी।
ਵੀ ਇਹ ਪੁੱਤਰਾਂ ਦੀ ਨਹੀਂ ਜਾਇਦਾਦ, ਇਹ ਸਿੱਖਾਂ ਦੀ ਹੈ। ਪਰ ਅੱਜ ਬਚਨ ਮੰਨਣ ਵਾਲਾ ਸੀ, ਸੇਵਾ ਕਰਨ ਵਾਲਾ ਸੀ, ਆਗਿਆ 'ਚ ਰਹਿਣ ਵਾਲਾ ਸੀ, ਪੁੱਤ ਹੋਵੇ ਸਿੱਖ ਹੋਵੇ ਕੋਈ ਵੀ, ਕੋਈ ਪੁੱਤ ਸਿੱਖ ਸਤਿਗੁਰ ਕੀ ਸੇਵਾ ਕਰੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰੀ ਪੁੱਤਰ ਨੇ, ਪਰ ਸਾਰੀ ਵਸਤੂ ਗੁਰੂ ਅਰਜਨ ਸਾਹਿਬ ਦੇ ਕੋਲ ਆ ਗਈ। ਅੱਗੇ ਜਾਨ ਨਾ ਦੇਸਾ ਸੋਡਿਓ, ਹੋਰ ਸਿ ਜਰ ਨਾ ਜਰਿਆ ਜਾਵੇ। ਭਾਵੇਂ ਕੁਝ ਵੀ ਹੋ ਰਿਹਾ ਹੈ, ਹੁਣ ਜਾਣ ਨਹੀਂ ਦਿੱਤੀ। ਅੱਜ ਘਰ ਵਿੱਚ ਪੁੱਤ ਨੂੰ ਗੁਰਗੱਦੀ ਮਿਲੀ ਹੈ ਤੇ ਮਾਂ ਦੀ ਇੰਨੀ ਵੱਡੀ ਸੇਵਾ ਹੈ, ਇੰਨੀ ਵੱਡੀ ਸੇਵਾ ਹੈ, ਜਿਹਨੇ ਪਿਤਾ ਗੁਰੂ ਦੀ ਸੇਵਾ 'ਚ ਪੂਰੀ ਖੁਸ਼ੀ ਲਈ, ਪਤੀ ਗੁਰੂ ਦੀ ਸੇਵਾ ਵਿੱਚ ਪੂਰੀ ਖੁਸ਼ੀ ਲਈ, ਪੁੱਤਰ ਗੁਰੂ ਬਣਿਆ ਤੇ ਪੁੱਤਰ ਗੁਰੂ ਦੀ ਸੇਵਾ ਵਿੱਚ ਵੀ ਭਾਨੀ ਨੇ ਪੂਰੀਆਂ ਖੁਸ਼ੀਆਂ ਲਈਆਂ। ਗੁਰੂ ਅਰਜਨ ਸਾਹਿਬ ਵਾਰੇ ਵਾਰੇ ਜਾਂਦੇ ਸੀ ਮਾਂ ਭਾਨੀ ਤੋਂ, ਹਰ ਵੇਲੇ ਲੰਗਰ ਬਣਾਉਣ, ਸੇਵਾ ਕਰਨੀ ਲੱਗੀ ਰਹਿੰਦੀ ਸੀ। ਬੜੀ ਸੇਵਾ ਸੀ, ਲੰਗਰ ਵਿੱਚ ਕੋਈ ਹੁੰਦਾ ਹੀ ਨਹੀਂ ਸੀ। ਸਾਰੇ ਸਿੱਖਾਂ ਨੂੰ ਬੀਬੀ ਭਾਨੀ ਰੋਟੀ ਬਣਾ ਕੇ ਫਿਰ ਛਕਾਉਂਦੀ ਸੀ। ਸਾਰੇ ਗੁਰੂ ਸਾਹਿਬ ਫਿਰ ਕਹਿੰਦੇ ਸੀ ਜਾ ਕੇ ਖਾ ਲਓ ਮਾਤਾ ਜੀ ਕੋਲੋਂ। ਭਾਈ ਗੁਰਦਾਸ ਜੀ ਵੀ ਆਏ, ਇਹਨਾਂ ਨੂੰ ਵੀ ਭੇਜਿਆ। ਸੁੱਕੀ ਰੋਟੀ ਮਿਲੀ ਲੰਗਰ 'ਚੋਂ ਤੇ ਨਾਲ ਕੁਝ ਮਿਲਿਆ ਹੀ ਨਾ, ਤੇ ਫਿਰ ਮਾਤਾ ਭਾਨੀ ਜੀ ਕੋਲ ਭੇਜਿਆ ਗੁਰੂ ਅਰਜਨ ਸਾਹਿਬ ਨੇ। ਕਹਿੰਦੇ ਹੋਰ ਸਜਰ ਨਾ ਜਰਿਆ ਜਾਏ, ਕਰ ਕੀ ਪੜੋ ਵਤ ਕਰੇ ਰਹਾ। ਕਰ ਹੀ ਕੀ ਵਤ ਕਰੈ ਰਹਾਵੇ। ਇਸ ਤਰ੍ਹਾਂ ਤੁਸੀਂ ਘਰ 'ਚ ਵਸਤੂ ਰੱਖ ਸਕਦੇ ਜੀ, ਜੇ ਸੇਵਾ ਕਰੋਗੇ, ਨਾਮ ਜਪੋਗੇ। ਉਸ ਤਰ੍ਹਾਂ ਮੁਸ਼ਕਲ ਹੈ, ਉਸ ਤਰ੍ਹਾਂ ਨਹੀਂ ਗੱਲ ਬਣ ਸਕਦੀ। ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਸਾਹਿਬ ਨੇ ਉਹਨਾਂ ਉਸ ਕਸੂਰ ਵਾਲੇ ਸਿੱਖ 'ਤੇ ਏਡੀ ਵੱਡੀ ਮਿਹਰ ਕੀਤੀ ਕਿ ਆਪਣੇ ਆਪ ਹੀ ਕਿਤੇ ਦਾ ਸੱਪ ਨਿਕਲਿਆ ਘਰ 'ਚੋਂ, ਸਾਰਾ ਪਰਿਵਾਰ ਭੱਜ ਕੇ ਬਾਹਰ, ਬੱਚੇ ਹੋ ਗਏ, ਮਾਰ ਕੇ ਉੱਤੇ ਸਿੱਟਿਆ, ਤੇਲ ਲਾਈ, ਸੱਪ ਚੱਕ ਕੇ ਲੈ ਗਈ ਤੇ ਸੋਨੇ ਦਾ ਲੱਖ ਦੀ ਕੀਮਤ ਦਾ ਹਾਰ ਛੱਪਰ ਦੇ ਉੱਤੇ ਛੱਡ ਕੇ। ਗੁਰੂ ਸਾਹਿਬ ਦਾ ਆਪਣਾ ਕੌਤਕ ਸੀ, ਝੁੱਗੀਆਂ ਦੇ ਮਹਿਲ ਬਣ ਕੇ ਸਿੱਖ ਦੇ ਭਰਮ ਖਤਮ ਹੋ ਗਏ। ਸਭ ਤੋਂ ਵੱਡੀ ਸਤ ਸੰਗਤ ਤੇ ਨਾਮ ਹੈ, ਵੱਡੇ ਕੰਮ ਧੰਦੇ ਨਹੀਂ ਗਏ। ਐਵੇਂ ਭੁਲੇਖੇ 'ਚ ਨਾ ਰਹਿ ਜਿਓ। ਵੱਡੀ ਮਿਹਰ ਤੇ ਬਖਸ਼ਿਸ਼ ਕਿਰਪਾ ਹੈ। ਹੁਣ ਹੁਕਮਨਾਮਾ ਸੁਣੋ ਤੇ ਪਾਠ ਸ਼ੁਰੂ ਕਰ ਲੈਣ ਸੰਤ। ਹਰ ਜਸ ਗਾਇਓ ਸੰਤ ਜਨਾ ਮਿਲ।